इसका मजाक कुछ और है। रेड एफएम ਰੈਡ ਐਫਐਮ ਸੁਣ ਰਹੇ ਸੀ 89.1 ਤੇ 93.1 CKYE। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਪਲਵਿੰਦਰ ਕੌਰ ਜੀ ਜਿਹੜੇ ਕਿ ਮਨੋਵਿਗਿਆਨਕ ਕਾਉਂਸਲਰ ਨੇ ਉਹ ਸਾਡੇ ਸਟੂਡੀਓਜ਼ ਦੇ ਵਿੱਚ ਆਏ ਹੋਏ ਨੇ। ਉਹਨਾਂ ਨਾਲ ਜਿਹੜੀ ਗੱਲਬਾਤ ਹੋਣੀ ਹੈ ਉਹ ਇੱਕ ਰਿਲੇਸ਼ਨਸ਼ਿਪ ਤੋਂ ਬਾਅਦ, ਜਦੋਂ ਇੱਕ ਰਿਲੇਸ਼ਨਸ਼ਿਪ ਦਾ ਅੰਤ ਹੋ ਗਿਆ, ਦੂਸਰੇ ਰਿਲੇਸ਼ਨਸ਼ਿਪ ਸ਼ੁਰੂ ਕਰਨ ਵੇਲੇ ਤੁਹਾਡੇ 'ਚ ਕੀ ਚੀਜ਼ਾਂ ਤਬਦੀਲ ਹੋਣੀਆਂ ਚਾਹੀਦੀਆਂ ਨੇ। ਜੇ ਤੁਸੀਂ ਤਬਦੀਲ ਨਹੀਂ ਕਰਦੇ ਤਾਂ ਉਹੀ ਇਸ਼ੂਜ਼, ਉਹੀ ਝਗੜੇ, ਉਹੀ ਗੱਲਾਂ ਬਾਤਾਂ ਫਿਰ ਤੋਂ ਦੁਬਾਰਾ ਤੁਹਾਡਾ ਪਿੱਛਾ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਅਤੇ ਹੋਰ ਕੁਝ ਮਹੀਨਿਆਂ ਬਾਅਦ ਉਹ ਰਿਲੇਸ਼ਨਸ਼ਿਪ ਵੀ ਓਨਾ ਹੀ ਕੌੜਾ ਹੋ ਜਾਂਦਾ ਹੈ ਜਿਹੜਾ ਰਿਲੇਸ਼ਨਸ਼ਿਪ ਤੁਸੀਂ ਛੱਡ ਕੇ ਆਏ ਸੀ। ਸੋ ਉਹਦੇ 'ਚ ਕੀ ਕੀਤਾ ਜਾ ਸਕਦਾ ਹੈ? ਕਈ ਲੋਕ ਸ਼ਾਇਦ ਉਹਨਾਂ ਦਾ ਟੀਚਾ ਹੋਏ ਕਿ ਨਵੇਂ ਸਾਲ ਦੇ ਵਿੱਚ ਨਵਾਂ ਰਿਲੇਸ਼ਨਸ਼ਿਪ ਸ਼ੁਰੂ ਹੋਣਾ ਹੈ, ਪਰ ਪੁਰਾਣੇ ਰਿਲੇਸ਼ਨਸ਼ਿਪ ਦੇ ਵਿੱਚ ਕੀ ਸਮੱਸਿਆਵਾਂ ਸੀ ਉਸ ਨੂੰ ਐਨਾਲਾਈਜ਼ ਕਰਕੇ ਅਤੇ ਉਹਨਾਂ ਨੂੰ ਡਰੋਪ ਕਰਨ ਤੋਂ ਪਿੱਛੋਂ ਹੀ ਦੂਜਾ ਰਿਲੇਸ਼ਨਸ਼ਿਪ ਸ਼ੁਰੂ ਕਰਨਾ ਚਾਹੀਦਾ, ਜਾਂ ਕਿ ਦਿਲ ਦੀ ਗੱਲ ਸੁਣ ਲੈਣੀ ਚਾਹੀਦੀ ਆ। ਗੋ ਵਿਦ ਦ ਫਲੋ। ਲੋਕ ਕਹਿੰਦੇ ਕਿ ਬਾਹਲੀਆਂ ਰਿਸਟ੍ਰਿਕਸ਼ਨਾਂ ਨਹੀਂ ਲਾਉਣੀਆਂ ਚਾਹੀਦੀਆਂ ਆਪਣੇ ਆਪ 'ਤੇ। ਜਿਸ ਤਰੀਕੇ ਨਾਲ ਦਿਲ ਲੈ ਜਾਂਦਾ ਤੁਹਾਨੂੰ, ਔਰ ਉਸੇ ਤਰੀਕੇ ਨਾਲ ਵਹਾਅ ਦੇ ਵਿੱਚ ਵਹਿ ਜਾਣਾ ਚਾਹੀਦਾ ਹੈ। ਉਹੀ ਕੁਦਰਤੀ ਵਹਾਅ ਹੈ ਜਜ਼ਬਿਆਂ ਦਾ। ਸੋ ਇਹ ਜੋ ਕੁਛ ਹੋ ਰਿਹਾ ਹੈ ਪ੍ਰੀ ਡੈਸਟਿਨਡ ਹੈ, ਆਪਣੇ ਆਪ ਹੁੰਦਾ ਹੈ। ਇਹਦੇ ਵਿੱਚ ਤੁਸੀਂ ਕੁਛ ਨਹੀਂ ਕਰ ਸਕਦੇ। ਐਵੇਂ ਖਾਮਖਾਹ ਦੀਆਂ ਫਿਲਾਸਫੀਆਂ ਨਾ ਘੋਟੋ। ਪਰ ਜਿਹੜੀ ਸਾਇੰਟੀਫਿਕ ਨਜ਼ਰੀਆ ਹੈ ਮਨੋਵਿਗਿਆਨੀਆਂ ਦਾ, ਉਹ ਕੀ ਹੈ? ਬਲਵਿੰਦਰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਮਿਸਟਰ ਤੈਨ। ਹੁਣ ਜਿਹੜੇ ਲੋਕਾਂ ਨੇ ਨਵਾਂ ਸਾਲ ਸ਼ੁਰੂ ਕਰਨਾ, ਨਵੇਂ ਰਿਲੇਸ਼ਨ ਸ਼ੁਰੂ ਕਰਨੇ ਨੇ, ਪੁਰਾਣੇ ਰਿਲੇਸ਼ਨ ਟੁੱਟਣੇ ਨੇ, ਇਹ ਜ਼ਰੂਰੀ ਨਹੀਂ ਕਿ ਔਰਤ ਮਰਦ ਦੇ ਰੋਮਾਂਟਿਕ ਰਿਲੇਸ਼ਨ ਹੀ ਹੋਣ। ਉਹਦੇ ਵਿੱਚ ਕਈ ਐਸੋਸੀਏਸ਼ਨਸ ਨੇ, ਕਈਆਂ ਐਮਪਲੋਇਰ ਦੇ ਰਿਲੇਸ਼ਨ, ਬਹੁਤ ਸਾਰੇ ਰਿਲੇਸ਼ਨ ਨੇ ਜਿਹੜੇ ਅੰਤ ਹੋ ਜਾਂਦੇ ਨੇ, ਹੋ ਰਹੇ ਨੇ, ਜਾਂ ਉਹਨਾਂ ਨੇ ਕਰਨੇ ਨੇ ਜਾਣ ਬੁੱਝ ਕੇ। ਅਤੇ ਨਵੇਂ ਸਾਲ ਦੇ ਵਿੱਚ ਉਹ ਕਹਿੰਦੇ ਨਵੀਂ ਇਫਤਦਾ ਹੋਏਗੀ। ਕੀ ਤਬਦੀਲੀਆਂ ਕਰਨੀਆਂ ਚਾਹੀਦੀਆਂ ਨੇ? ਹੁੰਦਾ ਕੀ ਹੈ, ਈਵਨ ਰੋਮਾਂਟਿਕ ਰਿਲੇਸ਼ਨਸ਼ਿਪ ਦੇ ਵਿੱਚ ਵੀ ਔਰ ਮਰਦ ਦੇ ਗੰਭੀਰ ਸੰਬੰਧਾਂ ਦੇ ਵਿੱਚ ਵੀ ਜਿਹੜਾ ਕੁਛ ਤੁਸੀਂ ਛੱਡ ਕੇ ਆਏ ਹੁੰਦੇ ਹੋ, ਜਿਨ੍ਹਾਂ ਗੱਲਾਂ ਤੋਂ ਤੁਸੀਂ ਤੰਗ ਹੁੰਦੇ ਹੋ, ਅਗਲੇ ਨਵੇਂ ਸਿਲਸਿਲੇ ਦੇ ਵਿੱਚ ਨਵੀਂ ਥਾਂ, ਨਵੇਂ ਕੱਪੜੇ, ਨਵਾਂ ਲਿਬਾਸ, ਨਵਾਂ ਵਿਅਕਤੀ, ਜਿਸਮ ਨਵੇਂ, ਪਰ ਉਹੀ ਕੁੜੱਤਣ ਫਿਰ ਪੈਦਾ ਹੋ ਜਾਂਦੀ ਹੈ। ਜੀ ਹਾਂ। ਇਹ ਕਿਉਂ ਹੁੰਦਾ? ਸੋ ਮਿਸਟਰ ਤੈਨ, ਜਿਵੇਂ ਕਿ ਆਪਾਂ ਪਿਛਲੀਆਂ ਵੀ ਸੀਰੀਜ਼ ਆਪਾਂ ਚਾਈਲਡਹੁੱਡ ਟਰਾਮੇ 'ਤੇ ਕੀਤੀਆਂ, ਮੈਨੂੰ ਲੱਗਦਾ ਬਚਪਨ ਨੇ ਆਪਣਾ ਪਿੱਛਾ ਨਹੀਂ ਛੱਡਣਾਗਾ। ਸੋ ਇਹਦੇ ਵਿੱਚ ਵੀ ਜੇ ਅਸੀਂ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਬਚਪਨ ਦੇ ਵਿੱਚ ਸਾਨੂੰ ਰਿਲੇਸ਼ਨਸ਼ਿਪ ਮੈਪ ਮਿਲਦਾ ਵਾ। ਐਂਡ ਰਿਲੇਸ਼ਨਸ਼ਿਪ ਮੈਪ ਦਾ ਮਤਲਬ ਹੈ, ਐਂਡ ਅਗੇਨ ਮੈਂ ਕਹੂੰਗੀ, ਇਹ ਨਹੀਂ ਗਾ ਕਿ ਕਿਸੇ ਨੇ ਕੀ ਕੀਤਾ ਸਾਡੇ ਮਾਂ-ਬਾਪ ਨੇ, ਅਸੀਂ ਮਹਿਸੂਸ ਕੀ ਕੀਤਾ। ਅਸੀਂ ਬਚਪਨ 'ਚ ਮਹਿਸੂਸ। ਸੋ ਰਿਲੇਸ਼ਨਸ਼ਿਪ ਮੈਪ ਦਾ ਮਤਲਬ ਹੈ ਕਿ ਬਚਪਨ ਦੇ ਵਿੱਚ ਸਾਨੂੰ ਰਿਸ਼ਤਿਆਂ ਦੇ ਵਿੱਚ ਮਹਿਸੂਸ ਕੀ ਹੋਇਆ। ਜਦੋਂ ਐਂਡ ਸਭ ਤੋਂ ਪਹਿਲੇ ਰਿਸ਼ਤੇ ਸਾਡੇ ਕਿਹੜੇ ਬਣਦੇ ਆ? ਮਾਂ-ਬਾਪ ਦੇ। ਐਂਡ ਉਹੀ ਰਿਸ਼ਤਾ ਸਾਡਾ ਮੈਪ ਬਣਾਉਂਦਾ ਵਾ, ਸਾਡੇ ਦਿਮਾਗ ਦਾ ਮੈਪ ਬਣਾਉਣਾ। ਉਸ ਰਿਸ਼ਤੇ 'ਚ ਅਸੀਂ ਸੋਚ ਸਮਝਦੇ ਹਾਂ, ਉਹੀ ਰਿਸ਼ਤਾ ਸਾਨੂੰ ਸਿਖਾਉਂਦਾ ਕਿੰਨਾ ਕੁ ਮੈਂ ਵਿਸ਼ਵਾਸ ਕਰਨਾ, ਕਿੰਨਾ ਕੁ ਮੈਂ ਆਪਦੀਆਂ ਲੋੜਾਂ ਨੂੰ ਦੱਸਣਾ, ਕਿੰਨਾ ਕੁ ਮੈਂ ਆਪਦੀਆਂ ਲੋੜਾਂ ਨੂੰ ਛੁਪਾਉਣਾ, ਕਿੰਨਾ ਕੁ ਮੈਂ ਆਪਦਾ ਰੋਣਾ ਦੱਸਣਾ, ਕਿੰਨਾ ਕੁ ਮੈਂ ਆਪਦਾ ਰੋਣਾ ਛੁਪਾਉਣਾ, ਕਿੰਨੀ ਕੁ ਮੈਂ ਚੀਜ਼ਾਂ ਸ਼ੇਅਰ ਕਰਨੀਆਂ ਵਾ, ਕਿੰਨਾ ਕੁ ਮੇਰੇ ਆਉਣ 'ਤੇ ਦੁੱਖ ਆਉਣ 'ਤੇ ਲੋਕੀ ਮੇਰੇ ਕੋਲ ਭੱਜਣਗੇ, ਕਿੰਨਾ ਕੁ ਮੈਂ ਆਪਦਾ ਦੁੱਖ ਆਪਦੇ ਆਪ 'ਚ ਲੁਕਾਉਣਾ ਤਾਂ ਜੋ ਲੋਕੀ ਮੇਰੇ ਤੋਂ ਦੂਰ ਨਾ ਭੱਜਣ। ਸੋ ਸਾਡਾ ਰਿਲੇਸ਼ਨਸ਼ਿਪ ਮੈਪ ਬਚਪਨ ਦੇ ਵਿੱਚ ਬਣਦਾ ਵਾ। ਐਂਡ ਉਹੀ ਜਿਹੜਾ ਮੈਪ ਆ ਉਹ ਫਿਰ ਅਸੀਂ ਐਗਜ਼ੈਕਟਲੀ ਫਿਰ ਅਸੀਂ ਗਾਂ ਦੀ ਗਾਂ ਉਹੀ ਯੂਜ਼ ਕਰੀ ਜਾਂਦੇ ਹਾਂ। ਐਂਡ ਇਹ ਕਹਿੰਦੇ ਆ ਕਿ ਆਪੋਜ਼ਿਟ ਅਟਰੈਕਟ ਕਰਦਾ ਵਾ। ਐਕਚੁਅਲੀ ਇਹ ਥਿਊਰੀ ਉਹਨਾਂ ਨੇ ਵੀ ਅਬੈਂਡਨ ਕਰਤੀ ਹੈ ਕਿ ਆਪੋਜ਼ਿਟ ਨਹੀਂ ਅਟਰੈਕਟ ਕਰਦਾ। ਸੇਮ ਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਵਾ ਕਿ ਜਿਹੜੀਆਂ ਮੈਂ ਪਿੱਛੇ ਛੱਡੀਆਂ ਸੀ ਨਾ, ਜਿਹੜੇ ਮੈਂ ਮਾਂ ਬਾਪ ਦਾ ਆਪਦਾ ਘਰ ਸੀ, ਮੈਂ ਇਦੋਂ ਵਧੀਆ ਘਰ ਬਣਾਊਂਗਾ, ਮੈਂ ਇਦੋਂ ਰਿਸ਼ਤੇ ਵਧੀਆ ਬਣਾਊਂਗਾ, ਮੇਰੇ ਬੱਚੇ ਵੀ ਵਧੀਆ ਪਾਲਣਗੇ। ਅਤੇ ਪਰ ਕਈ ਵਾਰ ਅਸੀਂ ਪਿੱਛੇ ਜਾ ਕੇ ਦੇਖਦੇ ਹਾਂ ਅਤੇ ਸਾਡਾ ਤਾਂ ਘਰ ਉਹੀ ਬਣ ਗਿਆ ਹੁੰਦਾ ਜਿਹੜਾ ਅਸੀਂ ਛੱਡ ਕੇ ਆਏ ਹੁੰਦੇ ਹਾਂ। ਅਸੀਂ ਉਹ ਜਿਹੇ ਘਰ ਬਣਾ ਲੈਂਦੇ ਹਾਂ ਜਿਹੋ ਜਿਹੇ ਘਰ 'ਚ ਅਸੀਂ ਜੰਮੇ ਪਲੇ ਹੁੰਦੇ ਹਾਂ। ਚਾਹੇ ਅਸੀਂ ਕੈਨੇਡਾ ਦੇ ਵਿੱਚ ਆ ਗਏ ਅਤੇ ਘਰ ਫਿਰ ਸਾਡੇ ਉਹੀ ਰਿਸ਼ਤਿਆਂ ਐਗਜ਼ੈਕਟਲੀ ਐਟਮੋਸਫੀਅਰ ਹੋਏਦਾ। ਫਿਰ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਚੀਜ਼ ਅਸੀਂ ਪਿੱਛੋਂ ਲੈ ਕੇ ਆਏ ਹੋਏ ਹਾਂ। ਜਿੰਨਾ ਤੁਸੀਂ ਬਚਪਨ 'ਤੇ ਸਟਰੈਸ ਦਿੰਦੇ ਹੋ ਨਾ, ਬਹੁਤ ਸਾਲ ਪਹਿਲਾਂ ਇੱਕ ਹੋਰ ਲੜਕੀ ਸੀ, ਉਹ ਮੈਨੂੰ ਦੱਸਿਆ ਕਰਦੀ ਸੀ ਇਸ ਤਰ੍ਹਾਂ ਵੀ ਬਚਪਨ ਦੇ ਵਿੱਚ ਵਾਪਰੀਆਂ ਘਟਨਾਵਾਂ ਹੀ ਸਭ ਕੁਝ ਹੁੰਦੀਆਂ। ਫਿਰ ਮੈਨੂੰ ਸ਼ੌਕ ਪੈਣ ਲੱਗਿਆ ਕਿ ਤੁਸੀਂ ਦੋਨੇ ਜਾਣੀਆਂ ਕਿਤੇ ਆਪਸ ਵਿੱਚ ਮਿਲਦੀਆਂ ਤਾਂ ਨਹੀਂ, ਜਾਣਦੀਆਂ ਤਾਂ ਨਹੀਂ। ਫਿਰ ਆਈ ਮੇਡ ਸ਼ੋਰ ਵੀ ਤੁਸੀਂ ਤਾਂ ਇੱਕ ਦੂਜੇ ਨੂੰ ਜਾਣਦੀਆਂ ਵੀ ਨਹੀਂ। ਪਰ ਇਹ ਜਿਹੜੀ ਬਚਪਨ ਦੇ ਵਿੱਚ ਇੱਕ ਯੂਨੀਵਰਸਲ ਫੈਨੋਮੀਨਾ ਹੈ ਜਿਹੜਾ ਬਚਪਨ ਦਾ ਤੁਸੀਂ ਦੱਸਦੇ ਹੋ, ਜਾਂ ਕਿ ਜਿਹੜੇ ਅਸੀਂ ਇਮੀਗਰੈਂਟ ਲੋਕ ਹਾਂ ਸਾਡੇ 'ਤੇ ਹੀ ਲਾਗੂ ਹੁੰਦਾ ਹੈ।
ਦੇਖੋ ਮਿਸਟਰ ਥਿੰਡ, ਇਹ ਤੁਹਾਡਾ ਬ੍ਰੇਨ ਫੋਰ ਐਗਜ਼ਾਮਪਲ, ਤੁਹਾਡਾ ਦਿਮਾਗ ਇਹ ਜਾਂ ਇਹ ਚੀਜ਼ ਹੈ ਕਿ ਜੋ ਐਟਮੋਸਫੀਅਰ ਇਹਨੇ ਆਪਦੇ ਪਹਿਲੇ ਜ਼ਿੰਦਗੀ ਦੇ ਸਾਲਾਂ 'ਚ ਕ੍ਰੀਏਟ ਕੀਤਾ ਹੋਇਆ, ਇਹ ਦਿਮਾਗ ਨੂੰ ਉਹੀ ਐਟਮੋਸਫੀਅਰ ਕ੍ਰੀਏਟ ਕਰਨਾ ਆਉਂਦਾ ਵਾ। ਇਹਨੂੰ ਇਦੋਂ ਵੱਖਰਾ ਕਰਨਾ ਨਹੀਂ ਆਉਂਦਾ। ਸੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਾਂ ਕਿ ਮੈਂ ਜੇਲ੍ਹਾਂ 'ਚ ਕੰਮ ਕੀਤਾ, ਐਂਡ ਜਿਹੜੇ ਲੋਕ ਜੇਲ੍ਹਾਂ ਜਾਂਦੇ ਸੀ ਨਾ, ਉਹ ਬਾਰ-ਬਾਰ ਉੱਥੇ ਹੀ ਆਈ ਜਾਂਦੇ ਸੀ, ਜੇਲ੍ਹ 'ਚ ਹੀ। ਜੇਲ੍ਹ 'ਚ ਬਾਰ-ਬਾਰ ਆਈ ਜਾਂਦੇ ਸੀ। ਮੋਸਟ ਲੋਕੀ ਜਿਹੜੇ ਜਾਂਦੇ ਆ, ਉਹਨਾਂ ਦਾ ਪੈਟਰਨ ਬਣਿਆ ਰਹਿੰਦਾ, ਆਗੇ ਚਲੇ ਗਏ, ਆਗੇ ਚਲੇ ਗਏ, ਆਗੇ ਚਲੇ ਗਏ, ਇੱਦਾਂ ਦੇ ਉਹਨਾਂ ਦਾ ਪੈਟਰਨ ਹੁੰਦਾ। ਤੇ ਇਹ ਨਹੀਂ ਕਿ ਉਹਨਾਂ ਨੂੰ ਬਾਹਰਲੀ ਦੁਨੀਆ ਚੰਗੀ ਨਹੀਂ ਲੱਗਦੀ ਗੀ, ਜਾਂ ਬਾਹਰਲੀ ਦੁਨੀਆ ਚੰਗਾ ਨਹੀਂ, ਉਹ ਕਰ ਨਹੀਂ ਸਕਦੇ, ਪਰ ਦਿਮਾਗ ਉਹਨਾਂ ਦਾ ਉਸ ਸਿਸਟਮ ਦੇ ਵਿੱਚ ਵੀ ਸੈੱਟ ਹੋਇਆ ਹੋਇਆ, ਐਂਡ ਬਾਰ-ਬਾਰ ਉਹੀ ਦੁਬਾਰਾ ਦਿਮਾਗ ਪੈਟਰਨ ਕ੍ਰੀਏਟ ਕਰੀ ਜਾਂਦਾ ਵਾ। ਸਮਝੋ? ਸੋ ਉੱਥੇ ਨਾਲੇ ਤੁਸੀਂ ਕਹਿੰਦੇ ਸੀ ਵੀ ਦਿਮਾਗ ਨੂੰ ਤੁਸੀਂ ਟ੍ਰੇਨਡ ਕਰ ਸਕਦੇ ਹੋ, ਇਹਨੂੰ ਬਦਲ ਸਕਦੇ ਹੋ। ਐਂਡ ਐਗਜ਼ੈਕਟਲੀ, ਉਹ ਜੇ ਅਸੀਂ ਥੈਰੇਪੀ ਲੈਂਦੇ ਹਾਂ ਜਾਂ ਸੈਲਫ ਅਵੇਅਰ ਬਣਦੇ ਹਾਂ ਤਾਂ ਫਿਰ ਆਪਾਂ ਬਦਲ ਸਕਦੇ ਹਾਂ, ਪਰ ਮੋਸਟ ਲੋਕੀ ਅਸੀਂ ਨਹੀਂ ਬਦਲਦੇ, ਐਂਡ ਸਾਡਾ ਉਹੀ ਪੈਟਰਨ ਚੱਲੀ ਜਾਂਦਾ। ਸੋ ਫੋਰ ਐਗਜ਼ਾਮਪਲ ਜੇ, ਐਂਡ ਇਹ ਸਾਡੇ ਕਲਚਰ ਦੇ ਵਿੱਚ ਜ਼ਿਆਦਾ, ਮੈਂ ਨਾ ਇੱਕ ਕਲਾਇੰਟ ਨਾਲ ਕੰਮ ਕਰ ਰਹੀ ਸੀ, ਤੇ ਮੈਂ ਉਹਨਾਂ ਔਰਤ ਸੀਗੇ, ਤੇ ਮੈਂ ਉਹਨਾਂ ਨੂੰ ਕਿਹਾ ਕਿ ਇੱਕ ਮੈਨੂੰ ਇਵੈਂਟ ਦੱਸੋ ਜਿੱਥੇ ਤੁਹਾਡੇ ਫਾਦਰ ਨੇ ਤੁਹਾਨੂੰ ਵੈਲੀਡੇਟ ਤੁਸੀਂ ਮਹਿਸੂਸ ਕੀਤਾ ਵੀ ਤੁਹਾਡੇ ਫਾਦਰ ਫਾਦਰ ਨੂੰ ਤਾਂ ਸਾਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਵੀ ਅਸੀਂ ਕਲਾਸ ਕਿਹੜੀ 'ਚ ਪੜ੍ਹਦੇ ਹਾਂ, ਲੈਟ ਅਲੋਨ ਉਹਨਾਂ ਨੂੰ ਤਾਂ ਕਈ ਵਾਰ ਸਕੂਲ ਵੀ ਦਾਖਲ ਕਰਾਉਣ ਜਾਣਾ ਤੇ ਕਈ ਵਾਰ ਪਤਾ ਨਹੀਂ ਹੁੰਦਾ ਵੀ ਕਿਹੜੇ ਸੰਨ ਦਾ ਬਰਥ ਆ ਇਹਨਾਂ ਦਾ, ਇੱਦਾਂ। ਸੋ ਇੱਦਾਂ ਦੀਆਂ ਵੀ ਸਿਚੁਏਸ਼ਨਜ਼ ਜਦੋਂ ਮੈਂ ਕਲਾਇੰਟਾਂ ਨਾਲ ਕਰਦੀ, ਸੋ ਉਹ ਕਹਿੰਦੇ ਵੀ ਸਾਰੇ ਮੇਰੇ ਬਚਪਨ ਦੇ ਵਿੱਚ ਮੈਨੂੰ ਇੱਕ ਵਾਰੀ ਯਾਦ ਆ ਕਿ ਮੇਰੇ ਫਾਦਰ ਨੇ ਨਾ ਮੇਰੀ ਲਿਖਾਈ ਵੇਖੀ, ਤੇ ਉਹ ਕਹਿੰਦੇ ਵੀ ਇੰਨਾ ਸੋਹਣਾ ਲਿਖਦੀ ਆ ਤੂੰ, ਤੇ ਕਹਿੰਦੇ ਮੈਨੂੰ ਉਹੀ ਇੱਕ ਚੀਜ਼ ਯਾਦ ਆ। ਤੁਸੀਂ ਦੇਖੋ ਕਿ ਸਾਰੇ ਬਚਪਨ ਦੇ ਵਿੱਚ ਇੱਕੋ ਚੀਜ਼ ਯਾਦ ਆ, ਬਾਪ ਨੇ ਸਿਰਫ ਇੱਕ ਵਾਰੀ ਉਸ ਕੁੜੀ ਤੇ ਧਿਆਨ ਦਿੱਤਾ, ਨਹੀਂ ਤਾਂ ਘੂਰਦੇ ਹੀ ਰਹੇ ਜਾਂ ਕੁਛ ਨਹੀਂ। ਜਾਂ ਸਾਡੇ ਜਿਹੜੇ ਕਲਚਰ ਦੇ ਵਿੱਚ ਆ ਕਿ ਆਦਮੀ ਜਿਹੜੇ ਫਾਦਰ, ਉਹਨਾਂ ਦਾ ਇਮੋਸ਼ਨਲ ਇਨਵੈਸਟਮੈਂਟ ਬਹੁਤ ਘੱਟ ਹੁੰਦਾ ਸੀ, ਤੇ ਉਹ ਬੱਚਿਆਂ ਨਾਲ ਇਸ ਤਰੀਕੇ ਨਾਲ, ਸਪੈਸ਼ਲੀ ਕੁੜੀਆਂ ਨਾਲ ਇਸ ਤਰੀਕੇ ਨਾਲ ਉਹ ਜਿਵੇਂ ਵੈਲੀਡੇਸ਼ਨ ਕਰਨਾ, ਅਪਰੂਵਲ ਕਰਨਾ। ਐਂਡ ਇੱਕ ਕੁੜੀ ਸਭ ਤੋਂ ਪਹਿਲਾਂ ਇੱਕ ਆਦਮੀ ਨਾਲ ਰਿਸ਼ਤਾ ਜੋੜਨਾ ਆਪਦੇ ਫਾਦਰ ਤੋਂ ਸਿੱਖਦੀ ਆ। ਜਦੋਂ ਇੱਕ ਫਾਦਰ ਤੋਂ ਨਿਗਲੈਕਟ ਮਹਿਸੂਸ ਕਰਦੀ ਆ ਉਹ, ਆਬਵੀਅਸਲੀ ਜੇ ਫਾਦਰ ਆਪਦੇ ਕੰਮ ਕਰੀ ਜਾਂਦਾ, ਉਹਨਾਂ ਲਈ ਪੈਸਾ ਕਮਾਈ ਜਾਂਦਾ, ਪਰ ਫਾਦਰ ਨੇ ਕਦੇ ਉਹਦੇ ਵੱਲ ਨਹੀਂ ਵੇਖਿਆ, ਇਮੋਸ਼ਨਲੀ ਇਨਵੋਲਵ ਨਹੀਂ ਹੋਇਆ, ਤੇ ਉਹ ਬੇਟੀ ਉਹਦਾ ਇਮੋਸ਼ਨਲ ਮੈਪ ਕੀ ਬਣ ਜਾਂਦਾ ਕਿ ਆਦਮੀ ਇੱਦਾਂ ਹੀ ਆ। ਤੇ ਫਿਰ ਬਾਅਦ ਵਿੱਚ ਉਹ ਜਿਹੜਾ ਰਿਸ਼ਤਾ ਵੀ ਕ੍ਰੀਏਟ ਕਰ ਦਿੱਤੇ, ਉੱਥੇ ਵੀ ਉਹ ਆਦਮੀ ਕਮਾਈ ਜਾਂਦਾ, ਸਾਰੀਆਂ ਚੀਜ਼ਾਂ ਟੇਕ ਕੇਅਰ ਕਰੀ ਜਾਂਦਾ, ਪਰ ਇਮੋਸ਼ਨਲੀ ਉਹਦੇ ਵਿੱਚ ਫਿਰ ਇਨਵੈਸਟਮੈਂਟ ਹੈ। ਅੱਛਾ, ਉਹ ਮੈਪ ਨੂੰ ਭੰਨ ਤੋੜ ਕਰਨ ਲਈ ਕਿੰਨਾ ਟਾਈਮ ਲੱਗਦਾ ਤੇ ਕਿੰਨੀ ਐਫਰਟ ਕਰਨੀ ਪੈਂਦੀ ਹੈ? ਇਹ ਸਧਾਰਨ ਪ੍ਰੋਸੈਸ ਹੈ ਜਾਂ ਕਿ ਟੁੱਟਦਾ ਨਹੀਂ ਉਹ ਪੈਟਰਨ ਸਾਰੀ ਉਮਰ? ਸੋ ਨਹੀਂ, ਦੇਖੋ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਅਵੇਅਰ ਬਣਨ ਲੱਗ ਜਾਵਾਂਗੇ ਤੇ ਚੀਜ਼ਾਂ ਬਦਲਦੀਆਂ ਵਾ, ਇਹ ਨਹੀਂ ਹੈਗਾ, ਪਰ ਇਹ ਹੈ ਨਹੀਂਗਾ ਕਿ ਜੇ ਅਸੀਂ ਕਹੀਏ ਕਿ ਦਿਮਾਗ ਨੂੰ ਇੱਕੋ ਦਮ ਅਸੀਂ ਬਦਲ ਦਈਏ, ਸਵਿਚ ਔਨ ਐਂਡ ਆਫ ਹੋਵੇ। ਫੋਰ ਐਗਜ਼ਾਮਪਲ ਜੇ ਅਸੀਂ ਇਹ ਦੇਖਣ ਲੱਗ ਗਏ ਹਾਂ ਕਿ ਮੇਰੇ ਬਚਪਨ ਦੇ ਵਿੱਚ ਸਿਰਫ ਸਾਰੇ ਬਚਪਨ 'ਚ ਇੱਕ ਵਾਰੀ ਮੇਰੇ ਫਾਦਰ ਨੇ ਮੇਰੀ ਲਿਖਾਈ ਵੇਖ ਕੇ ਮੈਨੂੰ ਕਿਹਾ, ਵਾਹ ਤੂੰ ਤਾਂ ਬੜਾ ਸੋਹਣਾ ਲਿਖਦੀ ਆ, ਸਿਰਫ ਇੱਕ ਹੀ ਮੂਮੈਂਟ ਸੀ ਤੇ ਮੈਨੂੰ ਸਾਰੀ ਉਮਰ 'ਚ ਆਪਦੇ ਫਾਦਰ ਦਾ ਉਹੀ ਯਾਦ ਆ। ਐਂਡ ਇਟਸ ਅ ਸੈਡ ਕਿ ਜਿੱਥੇ ਉਹ ਸਾਨੂੰ ਵੱਧ ਮੂਮੈਂਟ ਹੋਣੇ ਚਾਹੀਦੇ ਸੀ ਉੱਦਾਂ ਦੇ ਇੱਕ ਆਦਮੀ ਤੋਂ, ਤੇ ਸਾਡੇ ਨਹੀਂ ਹੋਏਗੇ। ਸੋ ਇਸ ਕਰਕੇ ਜਦੋਂ ਅਸੀਂ ਇਹ ਦੇਖਣ ਲੱਗ ਜਾਂਗੇ, ਸੋ ਮਿਸਟਰ ਥਿੰਡ, ਅਸੀਂ ਜ਼ਿੰਮੇਵਾਰ ਨਹੀਂ ਸੀ ਕਿ ਸਾਡੇ ਨਾਲ ਬਚਪਨ 'ਚ ਕੀ ਹੋਇਆ, ਇਹ ਸਾਡੀ, ਕਿਉਂਕਿ ਅਸੀਂ ਨਹੀਂ ਚੂਜ਼ ਕੀਤੇ ਸੀ ਉਹ ਸਿਚੁਏਸ਼ਨਸ, ਜਾਂ ਕੋਈ ਬਿਮਾਰ ਮਾਂ ਦਾ ਹੋਣਾ, ਜਾਂ ਲੜਾਈ ਵਾਲਾ ਘਰ ਹੋਣਾ, ਜਾਂ ਅਬਿਊਸਿਵ ਹੋਣਾ, ਜਾਂ ਨਿਗਲੈਕਟ, ਅਸੀਂ ਚੁਣ ਨਹੀਂ ਸਕਦੇ, ਪਰ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਬਦਲ ਸਕਦੇ ਹਾਂ ਅੱਜ ਹੁਣ। ਐਂਡ ਸਾਡੀ ਜ਼ਿੰਮੇਵਾਰੀ ਹੈ ਕਿ ਸਾਡੇ ਤੋਂ ਗਾਂਹ ਇਹ ਚੀਜ਼ਾਂ ਟਰੈਵਲ ਕਰ, ਜਿਹੜੇ ਬੱਚੇ ਗਾਂਹ ਅਸੀਂ ਪਾਲੀਏ ਉਹ ਇਹ ਮਹਿਸੂਸ ਨਾ ਕਰਨ। ਸੋ ਇਹ ਇੱਕ ਲਾਈਫ ਲੌਂਗ ਪ੍ਰੋਸੈਸ ਆ, ਪਰ ਜਦੋਂ ਕਰਦੇ ਰਹਿੰਦੇ ਸਾਨੂੰ ਅਵੇਅਰ ਬਣ ਜਾਂਦਾ ਤੇ ਤੁਹਾਡੀ ਲਾਈਫ ਸੌਖੀ ਵੀ ਬਹੁਤ ਬਣ ਜਾਂਦੀ ਆ। ਤੁਸੀਂ ਹੈਲਥੀ ਰਿਸ਼ਤੇ ਜਿਹੜੇ ਬਚਪਨ 'ਚ ਹੀ ਮਹਿਸੂਸ ਕੀਤੇ, ਉਹ ਤੁਸੀਂ ਵੱਡੇ ਹੋ ਕੇ ਮਹਿਸੂਸ ਕਰ ਸਕਦੇ ਹੋ। ਗੋਇੰਗ ਬੈਕ ਟੂ ਦ ਸੇਮ ਥਿੰਗ, ਵੀ ਇੱਕ ਰਿਲੇਸ਼ਨਸ਼ਿਪ ਤੋਂ ਦੂਸਰੇ ਰਿਲੇਸ਼ਨਸ਼ਿਪ ਤੋਂ ਤੀਸਰੇ ਰਿਲੇਸ਼ਨਸ਼ਿਪ 'ਚ ਜਦੋਂ ਲੋਕ ਜਾਂਦੇ ਆ, ਫਿਰ ਉਹੀ ਕਿਸਮ ਦੀਆਂ ਅਲਾਮਤਾਂ ਉਹੀ ਸਿੰਪਟਮਸ, ਉਹੀ ਗੱਲਾਂ ਬਾਤਾਂ ਹੋਣ ਲੱਗ ਪੈਂਦੀਆਂ ਨੇ। ਉਹਨੂੰ ਤੋੜਨ ਲਈ ਪਹਿਲਾਂ ਤੁਹਾਨੂੰ ਆਪਣੇ ਦਿਮਾਗ ਦਾ ਫੰਕਸ਼ਨਿੰਗ ਪ੍ਰੋਸੈਸ ਚੇਂਜ ਕਰਨਾ ਪਊਗਾ। ਇਮੋਸ਼ਨਲ ਮੈਪ ਤੁਹਾਨੂੰ ਜਾਣਨਾ ਪੈਣਾ, ਆਪਦਾ ਰਿਲੇਸ਼ਨਸ਼ਿਪ ਮੈਪ ਕੀ ਆ। ਸੋ ਫੋਰ ਐਗਜ਼ਾਮਪਲ ਕਿ ਮੈਂ ਜਾਣ ਕੇ ਮੈਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕਰਦਾ, ਪਰ ਦਿਮਾਗ ਇੱਕ ਐਸੀ ਚੀਜ਼ ਹੈ ਜਦੋਂ ਤੁਸੀਂ ਅਨਕੌਂਸ਼ੀਅਸਲੀ ਫਿਰ ਵਿਚਰਦੇ ਹੋ, ਫਿਰ ਉਹ ਉੱਥੇ ਹੀ ਆ ਜਾਂਦਾ। ਐਗਜ਼ੈਕਟਲੀ ਮਿਸਟਰ ਥਿੰਡ, ਇਹਦੀ ਐਗਜ਼ਾਮਪਲ ਆਪਾਂ ਡੀਪ ਵੀ ਜਾਵਾਂਗੇ। ਇਹਦੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿੰਨੀ ਹੈ ਕਿ ਆਪਾਂ ਕਹਿੰਦੇ ਹਾਂ ਕਿ ਅੱਜ ਆਪਾਂ ਹੈਲਥੀ ਖਾਣਾ, ਹੁਣ ਤੋਂ ਅੱਜ ਨਵਾਂ ਸਾਲ ਸਟਾਰਟ ਹੋ ਗਿਆ, ਹੈਲਥੀ ਖਾਣਾ,
ਤੇ 4-5 ਵਜੇ ਜਦੋਂ ਭੁੱਖ ਜਿਹੀ ਲੱਗਦੀ ਆ ਤੇ ਫਿਰ ਉਹੀ ਕੁਕੀਆਂ ਤੇ ਉਹੀ ਚਾਕਲੇਟ, ਸਮੋਸੇ। ਉਹੀ ਸਮੋਸੇ, ਉਹੀ ਚੀਜ਼ਾਂ ਸਾਡੇ। ਕਿਉਂਕਿ ਜਦੋਂ ਅਸੀਂ ਥੱਕੇ ਹੁੰਨੇ ਆ, ਜਦੋਂ ਅਸੀਂ ਓਵਰਵੈਲਮ ਹੋਏ ਹੁੰਨੇ ਆ, ਸਾਡੇ ਤੇ ਪੈਟਰਨ ਜ਼ਿਆਦਾ ਹਾਵੀ ਹੋ ਜਾਂਦੇ, ਫਿਰ ਸਾਡਾ ਦਿਮਾਗ ਕਹਿੰਦਾ ਉਹ ਕਰ ਜੋ ਸੌਖਾ, ਤੇ ਸੌਖਾ ਉਹੀ ਹੈ ਜਿਹੜੀ ਅਸੀਂ ਸਾਲਾਂ ਬੱਧੀ ਚੀਜ਼ਾਂ ਕੀਤੀਆਂ ਵਾ, ਰਾਈਟ। ਸੋ ਇਸ ਕਰਕੇ ਜਿਹੜਾ ਦਿਮਾਗ ਤੇ ਸਾਡੇ ਆਲਰੇਡੀ ਵਸਿਆ ਹੋਇਆ, ਜਿਹੜੇ ਦਿਮਾਗ ਤੇ ਸਾਡਾ এনवायरमेंट ਵਸਿਆ ਹੋਇਆ, ਉਹੀ ਅਸੀਂ ਕ੍ਰੀਏਟ ਕਰਦੇ ਹਾਂ। ਪਰ ਜਦੋਂ ਅਸੀਂ ਜਾਣਨ ਲੱਗ ਜਾਂਦੇ ਹਾਂ, ਸੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ ਕਿ ਬਚਪਨ ਦੇ ਵਿੱਚ ਇੱਕ ਬੱਚਾ ਸੀ ਜਾਂ ਇੱਕ ਕੁੜੀ ਸੀ, ਉਹ ਤੋਂ ਬਹੁਤ ਨਿਗਲੈਕਟ ਮਹਿਸੂਸ ਹੋਈ ਹੈ, ਇੱਕ ਕਿਸੇ ਵੀ ਤਰੀਕੇ ਨਾਲ ਮਾਂ ਬਿਮਾਰ ਸੀ ਜਾਂ ਘਰ ਦੇ ਵਿੱਚ ਸੀ, ਉਹ ਨਿਗਲੈਕਟ ਉਹਨੂੰ ਮਹਿਸੂਸ ਹੁੰਦਾ ਸੀ, ਮੈਨੂੰ ਇਗਨੋਰ ਕਰਦੇ ਸਾਰੇ, ਕਿਉਂਕਿ ਕਿਸੇ ਨੇ ਦੇਖਿਆ ਨਹੀਂ ਸੀ ਉਹਦੇ ਵੱਲ ਵੇਖ ਕੇ ਵੀ ਬੱਚੇ ਨੂੰ ਤਾਂ ਚਾਹੀਦਾ ਨਾ ਕਿ ਉਹਨੂੰ ਅਟੈਂਸ਼ਨ, ਐਗਜ਼ੈਕਟਲੀ। ਪਰ ਸਾਨੂੰ ਕਿਸੇ ਨੂੰ ਵੀ ਨਹੀਂ, ਕਲਚਰਲੀ ਸਾਨੂੰ ਕਿਸੇ ਨੂੰ ਨਹੀਂ ਮਿਲੀ ਗਈ, ਸੋ ਜਦੋਂ ਉਹਨੂੰ ਇਹ ਮਹਿਸੂਸ ਹੁੰਦਾ ਵਾ ਕਿ ਮੈਂ ਇਗਨੋਰ ਕੀਤੀ ਵੀ ਆ, ਤੇ ਫਿਰ ਉਹ ਸੋਚਦੀ ਆ ਕਿ ਜਦੋਂ ਮੈਂ ਵਿਆਹ ਕਰਵਾਉਂਗੀ ਜਾਂ ਮੈਂ ਵਿਆਹ ਕਰਵਾਉਂਗਾ, ਉਦੋਂ ਮੈਂ ਪਿਆਰ ਵਾਲੀ ਸ਼ਰਤ ਪੂਰੀ ਕਰੂੰਗਾ। ਅਸੀਂ ਤਾਂ ਹੀ ਉਹਨਾਂ ਘਰਾਂ ਚੋਂ ਨਿਕਲਦੇ ਨਾ, ਸਾਨੂੰ ਚਾਅ ਵੀ ਹੁੰਦਾ ਵਿਆਹ ਦਾ, ਸਾਨੂੰ ਦੂਸਰੇ ਰਿਸ਼ਤੇ ਦਾ, ਰਿਲੇਸ਼ਨਸ਼ਿਪ ਦਾ ਚਾਅ ਵੀ ਹੁੰਦਾ ਵੀ ਉੱਥੇ ਸਾਨੂੰ ਪਿਆਰ ਪੱਕਾ ਮਿਲੂਗਾ। ਫਿਰ ਉੱਥੇ ਵੀ ਫੇਲ ਹੋ ਜਾਂਦਾ ਤੇ ਫਿਰ ਸਾਨੂੰ ਲੱਗਦਾ ਕਿ ਬੱਚੇ ਤਾਂ ਦੇਣਗੇ। ਫਿਰ ਜਦੋਂ ਬੱਚੇ ਵੀ ਫੇਲ ਹੋ ਜਾਂਦੇ ਤੇ ਫਿਰ ਸਾਨੂੰ ਲੱਗਦਾ ਵੀ ਹੁਣ ਤਾਂ ਕਿਸੇ ਤੇ ਆਸ ਨਹੀਂ ਲੈ ਸਕਦੇ ਸਾਡੀ, ਹੈ ਨਾ। ਸੋ ਜਦੋਂ ਜਿਹੜੀ ਬੱਚੀ ਇਹ ਮਹਿਸੂਸ ਕਰਦੀ ਕਿ ਮੈਂ ਇਗਨੋਰ ਕੀਤਾ, ਸੋ ਲੈਟਸ ਸੇ ਫੋਰ ਐਗਜ਼ਾਮਪਲ ਉਹ ਕਿਸੇ ਨੂੰ ਫੋਨ ਕਰਦੀ ਆ ਤੇ ਉਹ ਮਹਿਸੂਸ ਕਰਦੀ ਉਹਦਾ ਨਹੀਂ ਫੋਨ ਚੱਕਦੇ, ਤੇ ਇਮੀਡੀਏਟਲੀ ਉਹਦੇ ਦਿਮਾਗ ਦਾ ਰਿਲੇਸ਼ਨਸ਼ਿਪ ਮੈਪ ਕੀ ਆ ਵੀ ਮੈਨੂੰ ਇਗਨੋਰ ਕਰ ਰਿਹਾ ਕੋਈ, ਐਂਡ ਫਿਰ ਉਹ ਐਂਡ ਕੌਨਸਟੈਂਟਲੀ ਉਹ ਆਪਦੇ ਆਪ 'ਚ ਮਹਿਸੂਸ ਕਰਦੀ ਰਹੋ ਵੀ ਲੋਕ ਮੈਨੂੰ ਜਾਣ ਕੇ ਇਗਨੋਰ ਕਰਦੇ ਆ। ਹਾਲਾਂਕਿ ਹੋਰ ਬਹੁਤ ਰੀਜ਼ਨਸ ਹੋ ਸਕਦੇ ਆ ਕਿਸੇ ਨੂੰ, ਫੋਰ ਐਗਜ਼ਾਮਪਲ ਲੈਟਸ ਸੇ ਇੱਕ ਐਗਜ਼ਾਮਪਲ ਲੈ ਲੈਂਦੇ, ਤੁਸੀਂ ਕਿਸੇ ਨੂੰ ਫੋਨ ਕਰਦੇ ਆ ਤੇ ਤੁਸੀਂ ਜਦੋਂ ਕਿਸੇ ਨੂੰ ਫੋਨ ਕਰਦੇ ਤਾਂ ਫੋਨ ਨਹੀਂ ਚੱਕਦੇ ਤੁਹਾਡਾ, ਲੈਟਸ ਸੇ ਤੁਹਾਡਾ ਦੋਸਤ ਮਿੱਤਰ ਆ, ਤੇ ਤੁਹਾਡੇ ਇਮੀਡੀਏਟਲੀ ਦਿਮਾਗ ਦੇ ਵਿੱਚ ਕੀ ਜਾਂਦੀ ਹੈ ਚੀਜ਼? ਕਈ ਵਾਰੀ ਇਹ ਹੁੰਦਾ ਵੀ ਜਾਣ ਕੇ ਨਹੀਂ ਚੱਕਦਾ ਹੋਣਾ, ਐਗਜ਼ੈਕਟਲੀ, ਓਕੇ, ਵੀ ਦੇਖਿਆ ਹੋਣਾ ਉਹਨੇ ਫੋਨ ਰੱਖਤਾ ਹੋਣਾ, ਐਵੇਂ ਹਮੇਸ਼ਾ ਫੋਨ ਕਰੀ ਜਾਂਦਾ। ਐਗਜ਼ੈਕਟਲੀ, ਓਕੇ। ਸੋ ਇਹ ਇੱਕ ਡੈਫੀਨੇਸ਼ਨ ਹੈ, ਇਹ ਇੱਕ ਤੁਸੀਂ ਨੈਰੇਟਿਵ ਬਣਾ ਲਿਆ, ਠੀਕ ਹੈ। ਪਰ ਨਾਲ ਦੀ ਨਾਲ ਫਿਰ ਮੇਰੇ ਹੁੰਦਾ ਨਹੀਂ ਇਹ ਤਾਂ ਮੇਰੀ ਆਪਣਾ ਖਿਆਲ ਆ, ਹੋ ਸਕਦਾ ਉਹਦਾ ਫੋਨ ਚਾਰਜ ਤੇ ਲਾਇਆ ਹੋਵੇ, ਆਪ ਉਹ ਗੁਸਲਖਾਨੇ 'ਚ ਹੋਵੇ, ਐਂਡ ਐਗਜ਼ੈਕਟਲੀ। ਸੋ ਪਰ ਸ਼ੱਕ ਨਹੀਂ ਕਰਨਾ ਹਾਂ, ਪਰ ਪਹਿਲਾਂ ਜੇ ਤੁਸੀਂ ਨੈਰੇਟਿਵ ਤੇ ਵਿਸ਼ਵਾਸ ਕਰੋ, ਮੋਸਟ ਲੋਕੀ ਇਹ ਚੀਜ਼ ਤੇ ਚਲੇ ਜਾਂਦੇ ਕਿ ਮੇਰਾ ਇਗਨੋਰ ਹੋ ਰਿਹਾ ਮੈਂ ਉੱਥੇ, ਕਿਉਂਕਿ ਅਸੀਂ, ਪਰ ਦੂਸਰੇ ਕਿੰਨੇ ਸਿਨੈਰੀਓਸ ਹੋ ਸਕਦੇ ਆ। ਫੋਰ ਐਗਜ਼ਾਮਪਲ ਇੱਕ ਸਿਨੈਰੀਓ ਹੋ ਸਕਦਾ ਕਿ ਐਗਜ਼ੈਕਟਲੀ ਉਹਨਾਂ ਦਾ ਫੋਨ ਬੈਟਰੀ ਡੈਡ ਹੋਵੇ, ਹੋ ਸਕਦਾ ਉਹ ਕੰਮ ਤੇ ਹੋਣ, ਹੋ ਸਕਦਾ ਕਿਸੇ ਹੋਰ ਰਿਸ਼ਤੇ ਹੋਰ ਕਿਸੇ ਨਾਲ ਗੱਲ ਕਰਦੇ ਪਏ ਹੋਣ, ਹੋ ਸਕਦਾ ਕਿਸੇ ਹੋਰ ਦੂਸਰੇ ਕੰਮ ਦੇ ਵਿੱਚ ਬਿਜ਼ੀ ਹੋਣ, ਹੋ ਸਕਦਾ ਉਹਨਾਂ ਨੇ ਗੱਲ ਤੁਹਾਡੇ ਨਾਲ ਵਿਸਥਾਰ ਨਾਲ ਕਰਨੀ ਹੋਵੇ ਤੇ ਉਹਨਾਂ ਨੂੰ ਕਾਹਲੀ ਕਰਕੇ। ਪਰ ਹੁਣ ਉਹਨਾਂ ਨੇ ਮੇਰਾ ਪੈਟਰਨ ਇਸ ਕਰਕੇ ਵੀ ਭੰਗ ਕਰਤਾ ਕਿਉਂਕਿ ਉਦੋਂ ਫੋਨ ਨਹੀਂ ਚੱਕਦੇ, ਇਸ ਤੋਂ ਪਹਿਲਾਂ ਕਿ ਹਾਲੇ ਮੈਂ ਓਪੀਨੀਅਨ ਆਪਣੀ ਬਣਾ ਹੀ ਰਿਹਾ ਹੁੰਨਾ, ਉਹ ਫਟਾਫਟ ਉਹਨਾਂ ਦਾ ਫੋਨ ਵਾਪਸ ਆ ਜਾਂਦਾ। ਫਿਰ ਮੈਨੂੰ ਆਪਣੇ ਆਪ ਤੇ ਬਹੁਤ ਰੰਜਿਸ਼ ਹੁੰਦੀ ਹੈ ਕਿ ਸੀ ਤੂੰ ਐਵੇਂ ਅਗਲੇ ਤੇ ਸ਼ੱਕ ਕਰਨ ਲੱਗ ਪੈਣਾ ਵੀ ਉਹ ਜਾਣ ਬੁੱਝ ਕੇ ਨਹੀਂ ਚੱਕਿਆ, ਇਹਨੂੰ ਹੋ ਸਕਦਾ ਉਹ ਕਿਤੇ ਹੋਰ ਗੱਲ ਕਰ ਰਹੇ ਸੀ, ਫਿਰ ਦੁਬਾਰਾ ਉਹਨਾਂ ਨੇ ਮੈਨੂੰ ਵਾਪਸ ਤਾਂ ਹੀ ਕੀਤਾ ਕਿ ਦੇ ਕੇਅਰ ਅਬਾਊਟ ਮੀ, ਐਂਡ ਫਿਰ ਉਹ ਸਾਰੀ ਰੰਜਿਸ਼ ਧੋਤੀ ਜਾਂਦੀ। ਐਗਜ਼ੈਕਟਲੀ। ਪਰ ਤੁਸੀਂ ਸਭ ਤੋਂ ਪਹਿਲਾਂ ਦੇਖੋ ਕਿ ਸਭ ਤੋਂ ਪਹਿਲਾਂ ਇਹਨਾਂ ਸਾਰੀਆਂ ਸਟੋਰੀਆਂ ਦੇ ਵਿੱਚੋਂ ਦੇਖੋ ਕਿ ਫੋਰ ਐਗਜ਼ਾਮਪਲ ਇੱਕ ਸਟੋਰੀ ਜਿਵੇਂ ਆਪਾਂ ਕਹੀ ਆ ਕਿ ਮੇਰੀ ਕੇਅਰ ਨਹੀਂ ਕਰਦਾ, ਮੈਨੂੰ ਚੰਗਾ ਨਹੀਂ ਸਮਝਦਾ। ਦੂਸਰੀ ਆ ਕਿ ਹਾਂ ਉਹਦੇ ਦੂਸਰੇ ਕੰਮ ਹੋਣਗੇ, ਮਜਬੂਰੀ ਹੋ ਸਕਦੀ, ਉਹਦਾ ਫੋਨ ਡੈਡ ਹੋ ਸਕਦਾ ਹੋਗਾ, ਉਹਦਾ ਫੋਨ ਉਹਦੇ ਕੋਲ ਨਹੀਂ ਹੋਊਗਾ, ਉਹ ਕਿਤੇ ਬਹੁਤ ਇੰਪੋਰਟੈਂਟ ਮੀਟਿੰਗ ਦੇ ਵਿੱਚ ਲੋਕਾਂ 'ਚ ਬੈਠਾ ਹੋਊਗਾ, ਐਂਡ ਹੋ ਸਕਦਾ ਉਹਨੇ ਮੇਰੇ ਨਾਲ ਵਿਸਥਾਰਨਾ। ਸਭ ਤੋਂ ਸੈਡ ਸਟੋਰੀ ਕਿਹੜੀ ਸੀ ਇਹਨਾਂ ਸਾਰਿਆਂ 'ਚੋਂ? ਇਗਨੋਰ ਵਾਲੀ, ਰਾਈਟ। ਤੇ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਕਿਹੜੀ ਸਟੋਰੀ ਆਈ? ਇਗਨੋਰ ਵਾਲੀ। ਐਗਜ਼ੈਕਟਲੀ। ਦਿਮਾਗ ਟ੍ਰੇਨਡ ਆ ਉਹਦੇ ਲਈ, ਰਾਈਟ। ਕਿਉਂਕਿ ਇਹ ਤੁਸੀਂ ਦੇਖੋ ਸਭ ਤੋਂ ਸੈਡ ਸਟੋਰੀ ਹੈ ਇਹ। ਆਈ ਮੀਨ ਜਦੋਂ ਸਾਨੂੰ ਇਹ ਮਹਿਸੂਸ, ਅਸੀਂ ਕਿਸੇ ਦੇ ਫੋਨ ਕਾਲ ਨੂੰ ਇਹ ਲੈ ਲਈਏ ਕਿ ਕੋਈ ਮੇਰੀ ਕੇਅਰ ਨਹੀਂ ਕਰਦਾ, ਤੇ ਪਰ ਇਹ ਮਹਿਸੂਸ ਤੁਸੀਂ ਸਿਰਫ ਇਸ ਵਾਰੀ ਨਹੀਂ ਕੀਤੀ ਹੋਣੀ, ਪਿੱਛੇ ਜਾਓ, ਉਦੋਂ ਪਿੱਛੇ ਜਾਓ, ਭੈਣ ਭਰਾਵਾਂ ਨਾਲ ਸਟਾਰਟ ਕੀਤੀ ਹੋਣੀ ਆ, ਭੈਣ ਭਰਾਵਾਂ ਨਾਲ ਮਹਿਸੂਸ ਕੀਤੀ ਹੋਣੀ ਆ ਕਿ ਮੇਰਾ ਫਾਦਰ ਜਾਂ ਮੇਰੀ ਮਦਰ ਮੇਰੇ ਭਰਾ ਨੂੰ ਜ਼ਿਆਦਾ ਪਿਆਰ ਕਰਦੇ, ਮੈਨੂੰ ਤਾਂ ਜੇ ਮੈਂ ਹੋਵਾਂ ਨਾ ਹੋਵਾਂ ਕੋਈ ਕੇਅਰ ਨਹੀਂ ਹੈਗੀ, ਕਿੱਥੇ ਚਲੀ ਗਈ? ਤੁਸੀਂ ਦੇਖੋ ਕਿ ਕਿੱਥੋਂ ਦਿਮਾਗ 'ਚ ਟ੍ਰੇਨਿੰਗ ਆਈ ਆ, ਤੇ ਫਿਰ ਅਸੀਂ ਉਹੀ ਚੀਜ਼ਾਂ ਦੂਸਰੇ ਰਿਸ਼ਤੇ ਐਂਡ ਤੁਸੀਂ ਦੇਖੋ ਕਿ ਜੇ ਤੁਸੀਂ ਇਹੋ ਜਿਹੇ ਰਿਸ਼ਤੇ 'ਚੋਂ ਲੈਟਸ ਸੇ ਤੁਸੀਂ ਰਿਲੇਸ਼ਨਸ਼ਿਪ ਨਵਾਂ ਬਣਾ ਰਹੇ ਹੋ ਤੇ ਕਿਸੇ ਨੇ ਤੁਸੀਂ ਫੋਨ ਕੀਤਾ ਤੇ ਕਿਸੇ ਨੇ ਨਹੀਂ ਚੱਕਿਆ, ਤੇ ਬੜੀ ਖਤਰਨਾਕ ਚੀਜ਼ ਹੈ, ਕਿਉਂਕਿ ਹੁਣ ਜਦੋਂ ਫੋਨ ਚੱਕ ਕਰੂਗਾ ਤੇ ਹੋ ਸਕਦਾ ਤੁਸੀਂ ਭੜਕ ਜਾਵੋ, ਐਂਡ ਹੋ ਸਕਦਾ ਜਦੋਂ ਘੰਟੇ ਕਿਉਂ ਨਹੀਂ ਚੱਕਿਆ, ਹਾਂ, ਐਂਡ ਹੋ ਸਕਦਾ ਤੁਸੀਂ ਭੜਕ ਜਾਵੋ, ਐਂਡ ਹੋ ਸਕਦਾ ਜਦੋਂ ਤੁਹਾਨੂੰ ਫੋਨ ਬੈਕ ਕਰੇ ਤੇ ਤੁਸੀਂ ਨਾ ਚੱਕੋ, ਹੁਣ ਤੁਸੀਂ ਕਹੋ ਮੈਂ ਨਹੀਂ ਚੱਕਣਾ।
ਰਾਈਟ ਐਂਡ ਤੁਸੀਂ ਦੇਖੋ ਕਿ ਆ ਰਿਲੇਸ਼ਨਸ਼ਿਪ ਡਿਸਫੰਕਸ਼ਨ ਕੌਣ ਕ੍ਰੀਏਟ ਕਰ ਰਿਹਾ ਹੁਣ ਦਿਮਾਗ ਦੇ ਵਿੱਚ ਤੁਹਾਡਾ ਪਹਿਲੀ ਆਪ ਦਾ ਪੈਟਰਨ ਪੈਟਰਨ ਬਿਕਾਜ਼ ਤੁਸੀਂ ਆਲਰੇਡੀ ਦਿਮਾਗ ਜੇ ਨਵਾਂ ਰਿਸ਼ਤਾ ਬਣਾ ਰਹੇ ਹੋ ਫੋਰ ਐਗਜ਼ਾਮਪਲ ਜਿਵੇਂ ਲੋਕੀ ਡੇਟਿੰਗ ਕਰਦੇ ਆ ਤੇ ਉਹ ਪਹਿਲਾਂ ਹੀ ਸੋਚ ਲੈਂਦੇ ਵੀ ਨਹੀਂ ਇਹ ਬੰਦੇ ਨੇ ਮੈਨੂੰ ਛੱਡਣਾ ਹੀ ਹੈ ਨਹੀਂ ਮੇਰੇ ਨਾਲ ਰਹਿਣਾ ਤੇ ਉਦੋਂ ਉਹ ਛੱਡੇ ਉਦੋਂ ਪਹਿਲਾਂ ਉਹ ਛੱਡ ਦਿੰਦੇ ਆ ਕਿਉਂਕਿ ਦਿਮਾਗ ਉਦੋਂ ਪਹਿਲਾਂ ਹੀ ਰਿਐਕਟ ਕਰ ਜਾਂਦਾ ਨਾ ਹੈਨਾ ਕਿਉਂਕਿ ਪਹਿਲਾਂ ਰਿਸ਼ਤਿਆਂ ਨੇ ਛੱਡਿਆ ਵਿਆ ਪਹਿਲਾਂ ਰਿਸ਼ਤਿਆਂ ਦੇ ਵਿੱਚ ਨਿਗਲੈਕਟ ਇਹ ਇਨਵੈਲਿਡੇਸ਼ਨ ਆਈ ਵੀ ਆ ਐਂਡ ਬੀਇੰਗ ਦ ਬਚਪਨ ਅਸੀਂ ਮਹਿਸੂਸ ਨਹੀਂ ਕੀਤਾ ਕਿਸੇ ਨੇ ਮਾਨਸਿਕ ਭੁੱਖ ਸਾਡੀ ਕਿਸੇ ਨੇ ਵੀ ਨਹੀਂ ਕਿਤੋਂ ਨਹੀਂ ਭਰੀ ਵੀ ਸੋ ਚੇਂਜ ਕਰਨ ਲਈ ਕੀ ਕਰਨਾ ਪੈਂਦਾ ਜੇ ਤੁਸੀਂ ਆਪਣੇ ਆਇਡੈਂਟੀਫਾਈ ਪੈਟਰਨ ਕਰਨ ਲੱਗ ਗਏ ਸੋ ਫੋਰ ਐਗਜ਼ਾਮਪਲ ਅਸੀਂ ਪਤਾ ਕਿ ਇੱਕ ਮਿਸਟਰ ਥਿੰਡ ਜਦੋਂ ਸਾਡੇ ਕਲਚਰ ਦੇ ਵਿੱਚ ਰਿਸ਼ਤਿਆਂ ਦਾ ਅੰਤ ਹੁੰਦਾ ਨਾ ਉਦੋਂ ਅਸੀਂ ਰਿਸ਼ਤਿਆਂ ਦਾ ਅੰਤ ਸਹੀ ਤਰੀਕੇ ਨਾਲ ਨਹੀਂ ਕਰਦੇ ਕਿਵੇਂ ਇਹਦਾ ਮਤਲਬ ਹੈ ਕਿ ਅਸੀਂ ਇੱਕ ਤੁਸੀਂ ਇੱਕ ਨਵੀਂ ਗੱਲ ਛੇੜਤੀ ਹੁਣ ਐਗਜ਼ੈਕਟਲੀ ਬਿਕਾਜ਼ ਸਾਡੀ ਇੱਕ ਕਨਵਰਸੇਸ਼ਨ ਨਹੀਂ ਹੁੰਦੀ ਕਿ ਸਾਡਾ ਅਸੀਂ ਦੋ ਜਾਣੇ ਜਦੋਂ ਇੱਕ ਅਕਸਰ ਕਹਿੰਦੇ ਆ ਕਿ ਜਦੋਂ ਵਿਆਹ ਹੁੰਦਾ ਉਦੋਂ ਦੋ ਇਕੱਠੇ ਹੁੰਦੇ ਆ ਤੇ ਉਦੋਂ ਵਾਵਸ ਪੜੀਆਂ ਜਾਂਦੀਆਂ ਵਾ ਇੱਕ ਦੂਜੇ ਨੂੰ ਵਾਅਦੇ ਪਰ ਜਦੋਂ ਇੱਕ ਡਿਵੋਰਸ ਹੁੰਦਾ ਉਦੋਂ ਹੀ ਕਿਉਂ ਨਹੀਂ ਇੱਕ ਬੈਠ ਕੇ ਇੱਕ ਉਹੀ ਉਹਨਾਂ ਚੀਜ਼ਾਂ ਨੂੰ ਰੀਵਿਜ਼ਿਟ ਕੀਤਾ ਜਾਂਦਾ ਬਿਕਾਜ਼ ਜਦੋਂ ਅਸੀਂ ਦੋ ਇਨਸਾਨ ਇੱਕ ਹੈਲਥੀ ਤਰੀਕੇ ਨਾਲ ਰਿਸ਼ਤੇ ਚੋਂ ਨਿਕਲਣਗੇ ਨਾ ਉਹਨਾਂ ਦਾ ਜਿਹੜਾ ਬਾਹਰਲੇ ਦੂਸਰੇ ਰਿਸ਼ਤਿਆਂ ਲਈ ਉਹ ਹੈਲਥੀ ਤਰੀਕੇ ਨਾਲ ਸਟਾਰਟ ਕਰ ਸਕਣਗੇ ਫੋਰ ਐਗਜ਼ਾਮਪਲ ਜੇ ਇੱਕ ਦੋਨੇ ਜਾਣੇ ਬੈਠੇ ਆ ਤਾਂ ਉਹਨਾਂ ਨੇ ਕਦੇ ਬਸ ਗੱਲ ਹੀ ਨਹੀਂ ਕੀਤੀ ਇੱਕ ਦੂਜੇ ਨਾਲ ਠੀਕ ਹੈ ਬੰਦ ਆ ਖਤਮ ਆ ਕੰਮ ਆਪਾਂ ਇੱਕ ਦੂਜੇ ਨਾਲ ਬੋਲਣੋਂ ਹਟ ਜਾਣਾ ਜਾਂ ਫੋਨ ਚੱਕਣੋਂ ਹਟ ਜਾਣਾ ਜਾਂ ਇੱਕੋਦਮ ਲੀਵ ਕਰ ਜਾਣਾ ਰਿਸ਼ਤੇ ਨੂੰ ਘਰ ਛੱਡ ਕੇ ਚਲੇ ਜਾਣਾ ਜਾਂ ਰਿਸ਼ਤੇਦਾਰਾਂ ਦੇ ਵਿੱਚ ਪੈ ਕੇ ਅੱਡ ਪਰ ਉਹਨਾਂ ਦੋਨਾਂ ਲੋਕਾਂ ਕੋਲ ਇੱਕ ਅਸੀਂ ਜਿਹੜਾ ਰਿਲੇਸ਼ਨਸ਼ਿਪ ਆ ਉਹ ਇੱਕ ਕਾਈਂਡਨੈਸ ਤੇ ਇੰਟੈਗ੍ਰਿਟੀ ਨਾਲ ਐਂਡ ਨਹੀਂ ਕਰਦੇ ਇਹਦਾ ਮਤਲਬ ਅਸੀਂ ਆਪ ਦਾ ਪਾਰਟ ਨਹੀਂ ਪਛਾਣਦੇ ਤੇ ਅਸੀਂ ਦੂਸਰੇ ਦਾ ਪਾਰਟ ਨਹੀਂ ਸੋ ਫੋਰ ਐਗਜ਼ਾਮਪਲ ਅਕਸਰ ਇੱਕ ਐਕਸਰਸਾਈਜ਼ ਹੁੰਦੀ ਹੈ ਕਿ ਤੁਸੀਂ ਆਪ ਦਾ ਪਾਰਟ ਪਛਾਣੋ ਕਿ ਤੁਹਾਨੂੰ ਕੀ ਲੱਗਦਾ ਕਿ ਇਸ ਰਿਸ਼ਤੇ 'ਚ ਜੇ ਤੁਸੀਂ ਦੋ ਲੋਕ ਅੰਤ ਕਰਨਾ ਚਾਹੁੰਦੇ ਹੋ ਰਿਸ਼ਤੇ ਦਾ ਤੁਸੀਂ ਬੈਠੋ ਤੇ ਤੁਸੀਂ ਆਪਦੇ ਪਾਰਟ ਤੇ ਰਿਫਲੈਕਟ ਕਰੋ ਕਿ ਤੁਹਾਨੂੰ ਕੀ ਲੱਗਦਾ ਇਸ ਰਿਸ਼ਤੇ 'ਚ ਤੁਹਾਡੇ ਤੋਂ ਕੀ ਕਮੀ ਰਹਿ ਗਈ ਜੇ ਇੰਨੀ ਅੰਡਰਸਟੈਂਡਿੰਗ ਹੋਵੇ ਫਿਰ ਤਾਂ ਰਿਸ਼ਤਾ ਟੁੱਟੇ ਹੀ ਨਾ ਬਲਵਿੰਦਰ ਐਂਡ ਐਗਜ਼ੈਕਟਲੀ ਕਈ ਵਾਰ ਇਹ ਨਹੀਂ ਹੁੰਦਾ ਕਿ ਸਾਨੂੰ ਇਦਾਂ ਲੱਗਦਾ ਕਿ ਅੰਡਰਸਟੈਂਡਿੰਗ ਪਰ ਅਸੀਂ ਉਹ ਕਨਵਰਸੇਸ਼ਨ ਵੀ ਨਹੀਂ ਕਰਦੇ ਮਿਸਟਰ ਥਿੰਡ ਸੋ ਫੋਰ ਐਗਜ਼ਾਮਪਲ ਇੱਕ ਇਨਸਾਨ ਲਈ ਇਹ ਕਹਿਣਾ ਕਿ ਮੇਰੇ ਤੋਂ ਟਰਸਟ ਨਹੀਂ ਹੋ ਸਕਿਆ ਤੇਰੇ ਤੇ ਮੈਂ ਵਿਸ਼ਵਾਸ ਨਹੀਂ ਕਰ ਸਕੀ ਮੇਰੇ ਲਈ ਬਹੁਤ ਔਖਾ ਸੀ ਵਿਸ਼ਵਾਸ ਕਰਨਾ ਐਂਡ ਗੋਇੰਗ ਫਾਰਵਰਡ ਮੈਂ ਕੋਸ਼ਿਸ਼ ਕਰੂੰਗੀ ਕਿ ਕਿਸੇ ਹੋਰ ਇਨਸਾਨ ਨਾਲ ਜਦੋਂ ਮੈਂ ਰਿਸ਼ਤੇ 'ਚ ਜਾਵਾਂ ਮੇਰੇ 'ਚ ਇਹ ਸਕਿੱਲ ਹੋਵੇ ਪਰ ਹਰ ਉਹ ਕਨਵਰਸੇਸ਼ਨ ਪ੍ਰੈਕਟੀਕਲ ਇਹ ਆ ਆਰਗੂਮੈਂਟ 'ਚ ਐਂਡ ਅਪ ਹੋਣੀ ਆ ਤੂੰ ਮੈਂ 'ਚ ਇਵੈਂਚੁਅਲੀ ਉਹੀ ਗੱਲ ਹੋਣੀ ਆ ਇੱਕ ਜਣਾ ਉੱਥੇ ਚਲਾ ਜਾਏਗਾ ਜਾਂ ਦੋਨੇ ਉੱਠ ਕੇ ਚਲੇ ਜਾਣਗੇ ਉਹ ਕਿਉਂਕਿ ਅਬਰਪਟ ਐਂਡਿੰਗ ਇਸ ਕਰਕੇ ਹੁੰਦੀ ਆ ਜਿਹੜੀ ਤੁਸੀਂ ਸਮੂਥ ਐਂਡਿੰਗ ਇੱਕ ਆਈਡੀਓਲੋਜੀਕਲ ਸੁਪਨਾ ਦੇਖ ਰਹੇ ਹੋ ਜੇ ਇਸ ਤਰ੍ਹਾਂ ਰਿਸ਼ਤੇ 'ਚੋਂ ਇੰਨੀ ਸਮੂਥਲੀ ਨਿਕਲਣਾ ਹੋਏ ਇੰਨਾ ਸਮੂਥ ਹੋਵੇ ਫਿਰ ਤਾਂ ਉਹ ਰਿਸ਼ਤਾ ਟੁੱਟੇ ਹੀ ਨਾ ਨਹੀਂ ਮਿਸਟਰ ਥਿੰਡ ਕਈ ਵਾਰ ਇਹ ਨਹੀਂ ਹੁੰਦਾ ਕਿ ਕਈ ਵਾਰ ਤੁਹਾਡਾ ਗਰੋਥ ਲੈਵਲ ਜੇ ਫੋਰ ਐਗਜ਼ਾਮਪਲ ਕੋਈ ਕਿਸੇ ਇਨਸਾਨ ਦਾ ਜਿਵੇਂ ਦੂਸਰੇ ਕਲਚਰ ਦੇ ਵਿੱਚ ਇਹ ਸੈਰੇਮੋਨੀ ਸਟਾਰਟ ਹੋ ਗਈ ਆ ਲੋਕ ਕਰਦੇ ਨੇ ਲੋਕੀ ਰਲ ਕੇ ਬੱਚੇ ਵੀ ਪਾਲਦੇ ਨੇ ਲੋਕੀ ਇੱਕ ਦੂਸਰੇ ਪਰ ਸਾਡੇ ਕਲਚਰ 'ਚ ਤਾਂ ਹਜੇ ਵੀ ਲਾੜ ਹੀ ਰਹੇ ਬੱਚਿਆਂ ਲਈ ਕਿੰਨੇ ਕਪਲ ਜਾਂ ਮੇਰੇ ਕੋਲ ਰਿਲੇਸ਼ਨਸ਼ਿਪਸ ਆਉਂਦੀਆਂ ਜਿੱਥੇ ਬੱਚੇ ਵੱਖਰੇ ਇਨਵਾਇਰਮੈਂਟ 'ਚ ਪਾਲ ਰਹੇ ਤੇ ਅੱਜ ਵੀ ਉਹ ਹਸਬੈਂਡ ਵਾਈਫ ਡਿਵੋਰਸ ਹੋਏ ਨੂੰ 10 ਸਾਲ ਹੋ ਗਏ ਪਰ ਅੱਜ ਵੀ ਉਹ ਉਵੇਂ ਹੀ ਲੜ ਰਹੇ ਨੇ ਜਿਵੇਂ ਇੱਕ ਹਸਬੈਂਡ ਵਾਈਫ ਹੋਣ ਆਈ ਡੋਂਟ ਨੋ ਤੁਸੀਂ ਕਦੇ ਐਕਸਪੀਰੀਅੰਸ ਕੀਤਾ ਆਪਣੇ ਕਲਚਰ 'ਚ ਪਰ ਮੈਂ ਜਦੋਂ ਥੈਰੇਪੀ ਤੇ ਮੈਂ ਸੋਚਦੀ ਵੀ 10 ਸਾਲ ਹੋ ਗਏ ਤੁਹਾਨੂੰ ਡਿਵੋਰਸ ਹੋਏ ਨੂੰ ਵੀ ਅੱਜ ਵੀ ਤੁਹਾਡਾ ਲੜਾਈ ਆਪਣੇ ਬੱਚਿਆਂ ਲਈ ਜਾਂ ਕਿਸੇ ਨਾ ਕਿਸੇ ਕਿਉਂਕਿ ਉਹ ਬੈਠ ਕੇ ਇੱਕ ਰਿਲੇਸ਼ਨਸ਼ਿਪ ਦਾ ਇੱਕ ਕਲੋਜ਼ਰ ਨਹੀਂ ਮਿਲਿਆ ਸੋ ਜ਼ਰੂਰੀ ਨਹੀਂ ਫੋਰ ਐਗਜ਼ਾਮਪਲ ਜੇ ਕੋਈ ਇੱਕ ਇਨਸਾਨ ਆ ਜਿਹੜਾ ਟਰਸਟ ਨਹੀਂ ਕਰ ਸਕਦਾ ਜ਼ਰੂਰੀ ਨਹੀਂ ਉਹਦੇ ਨਾਲ ਤੁਸੀਂ ਰਹਿਣਾ ਚਾਹੋਗੇ ਜ਼ਿੰਦਗੀ 'ਚ ਉਹ ਬਦਲਣ ਦੀ ਕੋਸ਼ਿਸ਼ ਕਰ ਰਿਹਾ ਪਰ ਤੁਹਾਡੇ ਰੇਟ ਤੇ ਨਹੀਂ ਬਦਲ ਰਿਹਾ ਐਂਡ ਇਟਸ ਓਕੇ ਤੁਹਾਨੂੰ ਅੰਤ ਕਰਨਾ ਪੈਣਾ ਵਾ ਜਾਂ ਤੁਹਾਡੇ ਬੱਚਿਆਂ ਦੇ ਲਈ এনवायरमेंट ਸਹੀ ਨਹੀਂ ਹੈਗਾ ਜੇ ਫੋਰ ਐਗਜ਼ਾਮਪਲ ਸਰੀਰਕ ਅਬਿਊਜ਼ ਆ ਸਮੂਥਲੀ ਐਂਡ ਕੀਤੇ ਹੋਏ ਰਿਸ਼ਤਿਆਂ ਤੋਂ ਬਾਅਦ ਜਿਹੜੇ ਨਵੇਂ ਰਿਸ਼ਤੇ ਪੈਦਾ ਹੋਣਗੇ ਉਹ ਸਮੂਥ ਪੈਦਾ ਹੋਣਗੇ ਐਗਜ਼ੈਕਟਲੀ ਬਿਕਾਜ਼ ਤੁਸੀਂ ਐਂਡ ਇਹ ਆਪਦੇ ਆਪ ਨਾਲ ਨਾ ਇਸ ਚੀਜ਼ ਤੇ ਇਮਾਨਦਾਰ ਹੋਣਾ ਬਹੁਤ ਔਖਾ ਮਿਸਟਰ ਥਿੰਡ ਐਂਡ ਅਕਸਰ ਸਾਨੂੰ ਬਲੇਮ ਸੌਖਾ ਲੱਗਦਾ ਬਲੇਮ ਕਿਉਂ ਸੌਖਾ ਲੱਗਦਾ ਜੇ ਮੈਂ ਆਪਦੀ ਜ਼ਿੰਮੇਵਾਰੀ ਆਪਦੇ ਗਲਤੀਆਂ ਦੀ ਚੱਕੂੰਗੀ ਤੇ ਮੈਨੂੰ ਸ਼ੇਮ ਮਹਿਸੂਸ ਹੋਊਗੀ ਅੱਛਾ ਜਦੋਂ ਤੁਸੀਂ ਕਾਉਂਸਲਿੰਗ ਕਰਦੇ ਹੋ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਕੀ ਦੱਸਦੇ ਪਤੀ ਪਤਨੀ ਤੁਹਾਨੂੰ ਨਾ ਤਾਂ ਤੁਹਾਨੂੰ ਕਿਸੇ ਦੀ ਦੱਸਣ ਦੀ ਲੋੜ ਨਹੀਂ ਸਾਨੂੰ ਇਹ ਤਾਂ ਦੱਸੋ ਵੀ ਉਹ ਗੱਲਾਂ ਕੀ ਕਰਦੇ ਆ ਐਗਜ਼ੈਕਟਲੀ ਸੋ ਜਿਵੇਂ ਜੇ ਕਿਸੇ ਨੇ ਡਿਪਾਰਚਰ ਜਾਂ ਰਿਸ਼ਤੇ ਦੇ ਵਿੱਚੋਂ ਅੱਡ ਹੋਣਾ ਵਾ ਤੇ ਉੱਥੇ ਅਸੀਂ ਚਾਹੁੰਦੇ ਹਾਂ ਕਿ ਜੇ ਬੱਚਾ ਸਪੈਸ਼ਲੀ ਰਿਸ਼ਤੇ 'ਚ ਇਨਵੋਲਵ ਹੈ ਨਹੀਂ ਜੇ ਹਸਬੈਂਡ ਵਾਈਫ ਇਕੱਲੇ ਆ ਤਾਂ ਫਿਰ ਕਈ ਵਾਰ ਸੌਖਾ ਹੁੰਦਾ ਗਾ ਦੂਸਰੇ ਰਿਸ਼ਤੇ 'ਚ ਮਾਈਗ੍ਰੇਟ ਕਰਨਾ ਪਰ ਜੇ ਬੱਚੇ ਆ ਤਾਂ ਫਿਰ ਇਹ ਲਾਈਫ ਲੌਂਗ ਪ੍ਰੋਜੈਕਟ ਹੁੰਦਾ ਸੋ ਮੇਰੇ ਕੋਲ ਹਜੇ ਮੋਸਟਲੀ ਉੱਦਾਂ ਦੇ ਲੋਕੀ ਆਉਂਦੇ ਜਿਨ੍ਹਾਂ ਦਾ ਇੱਕ ਬੱਚਾ ਇਨਵੋਲਵਡ ਆ ਸੋ ਇਹਦੇ ਲਈ ਜੇ ਅਸੀਂ ਇੱਕ ਬੈਠ ਕੇ ਇੱਕ ਫੈਸਿਲਿਟੇਟ ਕਨਵਰਸੇਸ਼ਨ ਇਹਨੂੰ ਰਿਫਲੈਕਟ ਕਰਦੇ ਆ
ਇਹ ਨਹੀਂ ਹੈਗਾ ਕਿ ਇੱਕ ਔਰਤ ਆ ਉਹ ਰਿਫਲੈਕਟ ਕਰਦੀ, ਇੱਕ ਆਦਮੀ ਉਹ ਆਪਦੇ ਤੇ ਰਿਫਲੈਕਟ ਕਰਦਾ। ਐਂਡ ਗੋਇੰਗ ਔਨਵਰਡ ਜਿਹੜਾ ਤੁਹਾਡਾ ਬੱਚਾ ਵਾ, ਤੁਸੀਂ ਇਹਨਾਂ ਚੀਜ਼ਾਂ 'ਚ ਆਈ ਮੀਨ ਇਸ ਨੂੰ ਫੰਕਸ਼ਨਲ ਕਿਵੇਂ ਬਣਾ ਸਕਦੇ ਹੋ? ਫਿਰ ਉਹ ਕਾਰਨ ਦੱਸਦੇ ਤੁਹਾਨੂੰ ਆਫ ਕੋਰਸ ਜੀ ਹਾਂ, ਕਈ ਵਾਰ ਇਸ ਤਰ੍ਹਾਂ ਦੇ ਕਾਰਨ ਹੁੰਦੇ? ਕਈ ਵਾਰ ਮੈਂ ਇੱਕ ਇੱਕ ਹਸਬੈਂਡ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ, ਤੇ ਉਹ ਮੈਨੂੰ ਕਹਿੰਦੇ ਕਿ ਐਕਚੁਅਲੀ ਮੈਂ ਤਾਂ ਬਹੁਤ ਲੇਜ਼ੀ ਹੋ ਗਿਆ, ਮੈਨੂੰ ਤਾਂ ਸਿਰਫ ਪੈਸੇ ਕਮਾਉਣ ਦਾ ਸੀ, ਮੈਨੂੰ ਲੱਗਦਾ ਸੀ ਪਰਿਵਾਰ ਤਾਂ ਪਲ ਜੂਗਾ, ਜਿਵੇਂ ਮੇਰੇ ਬਾਪ ਨੇ ਵੀ ਤਾਂ ਪਾਲਿਆ ਹੀ ਸੀ, ਮੇਰੇ ਮਦਰ ਤਾਂ ਨਹੀਂ ਕਿਤੇ ਗਏ ਸੀਗੇ ਸੋ ਮੈਂ ਉਸ ਪੈਟਰਨ ਦੇ ਵਿੱਚ ਰਿਹਾਗਾ ਕਿ ਮੈਂ ਕੰਮ ਕਰੀ ਜਾਵਾਂ ਬਾਹਰ ਤੇ ਪਰਿਵਾਰ ਮੇਰਾ ਪਲੀ ਜਾਊਗਾ। ਇਟਸ ਓਕੇ, ਮੈਨੂੰ ਉੱਥੇ ਰਹਿਣ ਦੀ ਵੀ ਲੋੜ ਨਹੀਂ, ਮੈਨੂੰ ਆਪਦੇ ਘਰ 'ਚ ਵੀ ਰਹਿਣ ਦੀ ਲੋੜ ਨਹੀਂ, ਮੈਨੂੰ ਸਿਰਫ ਮੈਂ ਆਪਦੀ ਪਤਨੀ ਦਾ ਕੀ ਰਿਐਕਸ਼ਨ ਸੀ? ਐਂਡ ਪਤਨੀ ਦਾ ਐਗਜ਼ੈਕਟਲੀ। ਸੋ ਜਦੋਂ ਉੱਥੇ ਕਮਿਊਨੀਕੇਸ਼ਨ ਖਤਮ ਹੋ ਗਈ, ਇਮੋਸ਼ਨਲ ਇੰਟੀਮੇਸੀ ਖਤਮ ਹੋ ਗਈ, ਤੇ ਫਿਰ ਆਉਣਾ ਜਾਂ ਨਾ ਆਉਣਾ ਕੋਈ ਫਰਕ ਹੀ ਨਹੀਂ ਪਤਾ ਲੱਗਣ ਲੱਗ ਗਿਆ ਐਂਡ ਇਹ ਚੀਜ਼। ਐਂਡ ਜਦੋਂ ਦੇਖੋ, ਜਦੋਂ ਦੋਨੇ ਲੋਕੀ ਭੁੱਖੇ ਆ, ਆਈ ਮੀਨ ਇੱਕ ਫਾਦਰ ਉਹ ਵੀ ਇਮੋਸ਼ਨਸ ਆਪਦੀਆਂ ਭੁੱਖ ਨਹੀਂ ਸੀ ਪੂਰੀ ਕਰ ਰਿਹਾ ਆਪਦੀ ਮਾਨਸਿਕ, ਜਿਹੜਾ ਪਰਿਵਾਰ ਤੋਂ ਇੱਕ ਸੁੱਖ ਤੁਹਾਨੂੰ ਮਿਲਦਾ, ਅਸੀਂ ਪਰਿਵਾਰ ਬਣਾਉਣੇ ਤਾਂ ਇਸੇ ਕਰਕੇ ਨਾ, ਸਾਨੂੰ ਇਮੋਸ਼ਨਲ ਨਰਿਸ਼ਮੈਂਟ ਮਿਲਦੀ ਹੈ, ਨਰਿਸ਼ ਹੁੰਦੇ ਅਸੀਂ ਇਮੋਸ਼ਨਲੀ। ਕਈ ਵਾਰੀ ਜਿਹੜੇ ਨਵੇਂ ਰਿਸ਼ਤੇ ਪੈਦਾ ਕਰਨ ਤੋਂ ਪਹਿਲਾਂ ਉਹਨਾਂ ਨੂੰ ਜਦੋਂ ਇਹ ਅੰਦੇਸ਼ਾ ਹੋ ਜਾਂਦਾ ਕਿ ਇਹ ਰਿਲੇਸ਼ਨਸ਼ਿਪ ਹੁਣ ਚੱਲਣਾ ਹੀ ਨਹੀਂਗਾ, ਬੇਸ਼ੱਕ ਉਹਨਾਂ ਦੇ ਬਚਪਨ ਦਾ ਟਰਾਮਾ ਜਾਂ ਕੋਈ ਵੀ ਆ, ਇਸ ਤੋਂ ਪਹਿਲਾਂ ਕਿ ਉਹ ਰਿਜੈਕਟ ਹੋਣ, ਉਹ ਪਹਿਲਾਂ ਹੀ ਛੱਡ ਜਾਂਦੇ। ਐਂਡ ਐਗਜ਼ੈਕਟਲੀ ਸਾਡੇ ਕਲਚਰ 'ਚ ਇਹ ਚੀਜ਼ ਹੈ ਨਹੀਂ ਨਾ ਕਿ ਅਸੀਂ ਪ੍ਰੋਪਰਲੀ ਬੈਠ ਕੇ ਇਸ ਕਨਵਰਸੇਸ਼ਨ ਨੂੰ ਫੈਸਿਲਿਟੇਟ ਕਰ ਸਕੀਏ ਤੇ ਅਸੀਂ ਆਪਦਾ ਪਾਰਟ ਓਨ ਕਰ ਸਕੀਏ। ਉਹ ਕੀ ਗੱਲ ਸੀ ਜਿਹੜੀ ਤੁਸੀਂ ਦੱਸਦੇ ਸੀ ਬਈ ਪਤੀ ਕਹਿੰਦਾ ਮੈਂ ਤੈਨੂੰ ਤੇਰੇ ਗਲ ਲਈ ਸੋਨੇ ਦਾ ਹਾਰ ਲੈ ਕੇ ਆਉਂਗਾ, ਉਹ ਕਦੀ ਲੈ ਕੇ ਨਹੀਂ, ਮੈਂ ਨਹੀਂ ਪਾਉਣਾ। ਐਂਡ ਐਗਜ਼ੈਕਟਲੀ ਸੋ ਆਈ ਮੀਨ ਡਿਫਰੈਂਟ ਕਈ ਵਾਰ ਜਿਵੇਂ ਅਕਸਰ ਸਾਡੇ ਜਿਹੜੇ ਕਲਚਰ 'ਚ ਔਰਤਾਂ ਨਾ, ਸਾਨੂੰ ਇਹ ਦੱਸਿਆ ਜਾਂਦਾ ਸਾਨੂੰ ਬਚਪਨ 'ਚ, ਐਂਡ ਇੱਕ ਸਿਰਫ ਟ੍ਰੇਨਿੰਗ ਇਕੱਲੇ ਮਾਂ ਬਾਪ ਦੀ ਨਹੀਂ, ਕਲਚਰ ਦੀ ਟ੍ਰੇਨਿੰਗ ਹੈ ਵੀ ਤੂੰ ਸਭ ਦਾ ਖਿਆਲ ਰੱਖਣਾ ਤੇ ਤੇਰੇ ਖਿਆਲ ਰੱਖਣ ਦੀ ਕੋਈ ਬਾਹਲੀ ਲੋੜ ਨਹੀਂ ਹੈਗੀ। ਔਰਤਾਂ ਤੁਸੀਂ ਕਲਚਰਲੀ ਵੇਖੀਆਂ ਵਾ ਵੀ ਸਭ ਦਾ ਖਿਆਲ ਰੱਖਣਾ ਵਾ, ਆਦਮੀ ਦਾ ਇੱਕ ਕੰਮ ਹੁੰਦਾ ਸੀ ਉਹਨੇ ਬਾਹਰੋਂ ਕਮਾਉਣਾ ਵਾ। ਸੋ ਕਲਚਰਲੀ ਜਦੋਂ ਕਲਚਰ ਸਾਨੂੰ ਟ੍ਰੇਨ ਕਰਦਾ ਵੀ ਤੂੰ ਸਭ ਦਾ ਖਿਆਲ ਰੱਖਣਾ, ਐਂਡ ਕਿਸੇ ਲੈਵਲ ਤੇ ਜਾ ਕੇ ਇੱਕ ਔਰਤ ਥੱਕ ਜਾਂਦੀ ਆ, ਕਿਉਂਕਿ ਹੁਣ ਜਿਹੜਾ ਮਾਲੀ ਬੂਟੇ ਨੂੰ ਪਾਣੀ ਪਾ ਰਿਹਾ ਉਹ ਆਪ ਪਿਆਸਾ, ਐਂਡ ਉਹਨੂੰ ਇਹ ਤਾਂ ਪਤਾ ਨਹੀਂ ਲੱਗਦਾ ਵੀ ਜਿਹੜਾ ਪਾਣੀ ਮੈਂ ਦੂਜਿਆਂ ਨੂੰ ਪਾ ਰਿਹਾ ਥੋੜਾ ਜਿਹਾ ਮੈਂ ਆਪਦੇ ਵੱਲੇ ਵੀ ਰੱਖ ਲਾ, ਥੋੜਾ ਮੈਂ ਆਪ ਵੀ ਪੀ ਲਾ, ਪਰ ਉਹਨੂੰ ਇਹੀ ਸਿਖਾਇਆ ਗਿਆ ਕਿ ਨਹੀਂ ਤੂੰ ਦੂਸਰਿਆਂ ਨੂੰ ਪਾਣੀ ਪਾਉਣਾ ਵਾ, ਆਪ ਕੁਰਬਾਨੀ ਕਰਨੀ, ਆਪ ਇਟਸ ਓਕੇ ਜੇ ਤੂੰ ਪਿਆਸਾ ਵੀ ਹੈ ਤਾਂ, ਪਰ ਕਿਤੇ ਨਾ ਕਿਤੇ ਤੁਹਾਡੀ ਬਾਡੀ ਆ ਕੇ ਐਂਡ ਇਵੈਂਚੁਅਲੀ ਲੇਟਰ ਈਅਰਸ ਇਨ ਦ ਲਾਈਫ ਜਿਵੇਂ ਤੁਹਾਨੂੰ ਆਪਾਂ ਨੂੰ ਪਤਾ ਵੀ ਸਰੀਰਕ ਬਿਮਾਰੀਆਂ ਵੀ ਤੁਹਾਨੂੰ ਜ਼ਿਆਦਾ ਢਾਹ ਲੈਂਦੀਆਂ ਵਾ, ਮਾਨਸਿਕਤਾ ਵੀ। ਜੇ ਕਿੰਨੇ ਚਿਰ ਤੋਂ ਤੁਸੀਂ ਇੰਨੇ ਚਿਰ ਤੋਂ ਭੁੱਖੇ, ਸਪੈਸ਼ਲੀ ਜਦੋਂ 50-55 ਸਾਲ ਦੀ ਕੋਈ ਔਰਤ ਹੋ ਜਾਂਦੀ ਤੇ ਫਿਰ ਉਹ ਕਹਿੰਦੀ ਵੀ ਮੈਨੂੰ ਕੌਣ, ਆਈ ਮੀਨ ਮੇਰੀ ਕੌਣ ਕੇਅਰ ਕਰ ਰਿਹਾ ਐਂਡ ਹੁੰਦਾ ਕੀ ਆ ਕਿ ਜੇ ਅਸੀਂ ਉਸ ਕੇਸ 'ਚ ਇਹੀ ਸੀ। ਐਂਡ ਹਾਂ ਐਗਜ਼ੈਕਟਲੀ, ਐਂਡ ਜੇ ਤੁਸੀਂ ਉਸ ਔਰਤ ਨੂੰ ਦੇਖੋ ਕਿ ਜਿਸਨੇ 6-7 ਸਾਲਾਂ ਦੇ ਸੀਗੇ ਜਦੋਂ ਉਹਨਾਂ ਦੇ ਮਦਰ ਬਹੁਤ ਬਿਮਾਰ ਰਹਿੰਦੇ ਸੀ ਤੇ ਉਹਨਾਂ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਚੱਕ ਲਈ ਸੀ, ਐਂਡ ਉਹਨਾਂ ਦੇ ਦਿਮਾਗ ਦੇ ਵਿੱਚ ਪੈਟਰਨ, ਫਿਰ ਉਹ ਆਪਦੇ ਹਸਬੈਂਡ ਦੇ ਘਰੇ ਆਏ ਤੇ ਫਿਰ ਉੱਥੇ ਵੀ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਚੱਕ ਲਈ, ਕਿਉਂ ਪੈਟਰਨ ਦਿਮਾਗ ਦਾ ਉਹੀ ਆ, ਉਹੀ ਇਨਵਾਇਰਨਮੈਂਟ ਕ੍ਰੀਏਟ ਕਰਤਾ ਵੀ ਇੱਥੇ ਸਾਰਾ ਕੁਝ ਮੈਂ ਹੀ ਕਰਨਾ, ਫਿਰ ਬੱਚਿਆਂ ਲਈ ਵੀ ਮੈਂ ਹੀ ਸਾਰਾ ਕੁਝ ਕਰਨਾ। ਜੇ ਹੁਣ ਉਹਦਾ ਪੈਟਰਨ ਇਸ ਤਰ੍ਹਾਂ ਦਾ ਬਣ ਚੁੱਕਾ, ਪੱਕਾ ਹੋ ਚੁੱਕਾ, ਫਿਰ ਤਾਂ ਉਹਦਾ ਹਸਬੈਂਡ ਭਾਵੇਂ ਸੋਨੇ ਦਾ ਬਣ ਜਾਵੇ, ਠੀਕ ਨਹੀਂ ਕਰ ਸਕਦਾ। ਐਂਡ ਐਗਜ਼ੈਕਟਲੀ ਸੋ ਕਿਤੇ ਨਾ ਕਿਤੇ ਜਦੋਂ ਉਹ ਰਿਫਲੈਕਟ ਕਰਦੇ ਕਿ ਮੇਰੀ ਕੋਈ ਟੇਕ ਕੇਅਰ ਕਰਨ ਵਾਲਾ ਨਹੀਂ, ਤੇ ਫਿਰ ਸਾਨੂੰ ਇਹ ਆਪਦੇ ਅੰਦਰ ਦੇਖਣਾ ਵੀ ਮੈਂ ਕਿਸੇ ਦੀ ਟੇਕ ਕੇਅਰ ਰਿਸੀਵ ਕਿੰਨੀ ਕੁ ਕਰ ਰਹੀ ਹਾਂ, ਮੇਰੇ 'ਚ ਰਿਸੀਵਿੰਗ ਪਾਵਰ ਕਿੰਨੀ ਕੁ। ਸੋ ਉਹ ਤਾਂ ਹੀ ਕਹਿੰਦੀ ਸੀ ਵੀ ਮੈਂ ਨਹੀਂ ਪਾਉਣਾ। ਐਗਜ਼ੈਕਟਲੀ, ਕਿਉਂਕਿ ਮੂਹਰੋਂ ਜਦੋਂ ਉਹਨਾਂ ਦਾ ਕਪਲ ਸੈਸ਼ਨਸ ਹੋਇਆ ਤੇ ਹਸਬੈਂਡ ਕਹਿੰਦਾ ਕਿ ਮੈਂ ਇਹਦੇ ਲਈ ਕਰਨ ਦੀ ਕੋਸ਼ਿਸ਼ ਕਰਦਾ, ਫੋਰ ਐਗਜ਼ਾਮਪਲ ਮੈਂ ਗਿਫਟ ਲਿਆ ਕੇ ਦਿੰਦਾ, ਤੇ ਕਹਿੰਦੀ ਇਹ ਕਾਹਤੇ ਲਿਆਂਦਾ, ਮੈਨੂੰ ਲੋੜ ਨਹੀਂ ਸੀਗੀ, ਇਹ ਮੇਰੇ ਤੇ ਕਿਉਂ ਪੈਸੇ ਲਾਏ। ਸੋ ਬੇਸਿਕਲੀ ਉਹਨੂੰ ਰਿਸੀਵ ਨਹੀਂ ਕਰਨਾ ਆ ਰਿਹਾ, ਐਂਡ ਇਹ ਵੀ ਅਸੀਂ ਬਚਪਨ 'ਚ ਸਿੱਖਦੇ ਹਾਂ ਕਿ ਜੇ ਬਚਪਨ 'ਚ ਅਸੀਂ ਇਹ ਚੀਜ਼ਾਂ ਰਿਸੀਵ ਕਰਨੀਆਂ ਸਿੱਖੀਆਂ ਹੋਣ ਵੀ ਹਾਂ ਮੇਰੇ ਲਈ ਕੋਈ ਕੁਝ ਕੱਚ ਕਰ ਸਕਦਾ, ਮੇਰੇ ਕੋਈ ਲਈ ਕੁਝ ਖਰੀਦ ਸਕਦਾ ਜਾਂ ਨਾ ਵੀ ਖਰੀਦ ਕਰਕੇ ਕਰ ਸਕਦਾ ਵਾ। ਐਂਡ ਅਕਸਰ ਅਸੀਂ ਕਿੰਨੀਆਂ ਹੀ ਔਰਤਾਂ ਵਾ ਮਿਸਟਰ ਤਿੰਡ, ਸਾਡੀਆਂ ਮਦਰ ਸਪੈਸ਼ਲੀ, ਉਹਨਾਂ ਨੂੰ ਇੱਦਾਂ ਵੀ ਕਹੋ ਵੀ ਤੁਹਾਨੂੰ ਡਿਨਰ ਤੇ ਲੰਚ ਤੇ ਲੈ ਕੇ ਚੱਲੀ, ਤੇ ਉਹ ਕਹਿਣਗੇ ਨਹੀਂ ਤੁਸੀਂ ਕਰਿਓ, ਸਾਡਾ ਤਾਂ ਉਹੀ ਲੰਚ ਡਿਨਰ ਆ, ਬਿਕਾਜ਼ ਉਹਨਾਂ ਨੇ ਸਿੱਖਿਆ ਵਾ ਕਲਚਰਲੀ, ਉਹਨਾਂ 'ਚ ਕੰਡੀਸ਼ਨਡ ਪਾਇਆ ਹੋਇਆ। ਸੋ ਸਾਨੂੰ ਰਿਸੀਵ ਨਹੀਂ ਕਰਨੀ। ਸੋ ਫੋਰ ਐਗਜ਼ਾਮਪਲ ਜੇ ਉਹ ਹਸਬੈਂਡ ਪੁੱਛਦਾ ਵਾ ਨਾ ਕਿ ਅੱਜ ਆਪਾਂ ਡਿਨਰ ਤੇ ਚੱਲੀਏ, ਤੇ ਉਹ ਕਹਿੰਦੀ ਨਹੀਂ ਅੱਜ ਤਾਂ ਮੈਨੂੰ ਬਹੁਤ ਕੰਮ ਆ, ਅੱਜ ਤਾਂ ਨਹੀਂ ਜਾ ਹੋਣਾ। ਕਿਉਂਕਿ ਇਸ ਤਰ੍ਹਾਂ ਦੀ ਪਰਵਰਿਸ਼ ਦੇ ਵਿੱਚੋਂ ਜ਼ਿੰਮੇਵਾਰੀ ਨਾਲ ਕੰਮ ਕਰਨ ਵਾਲੀਆਂ ਪੈਦਾ ਹੋਈਆਂ ਔਰਤਾਂ ਵੀ, ਬੰਦੇ ਵੀ, ਆਦਮੀ ਵੀ ਆ, ਜਦੋਂ ਕੰਮਾਂ ਤੇ ਉਹਨਾਂ ਦੇ ਕੰਮ ਦੀ ਕਦਰ ਪੈਣ ਲੱਗ ਪੈਂਦੀ ਕਈ ਵਾਰੀ, ਕਿਉਂਕਿ ਵਰਕਰ ਬਹੁਤ ਵਧੀਆ ਹੁੰਦੇ ਆ, ਉੱਥੇ ਜਦੋਂ ਉਹਨਾਂ ਦੀ ਤਾਰੀਫ ਕਰਦੇ ਆ ਤੁਸੀਂ, ਮੈਂ ਵੀ ਦੇਖਦਾ ਕਈ ਵਾਰੀ ਤੁਸੀਂ ਤਾਰੀਫ ਕਰਦੇ ਹੋ ਕਿ ਤੁਸੀਂ ਤਾਂ ਬਹੁਤ ਵਧੀਆ ਕੰਮ ਕੀਤਾ, ਜਾਂ ਫੰਕਸ਼ਨਸ ਹੁਣ ਕ੍ਰਿਸਮਸ ਪਾਰਟੀਜ਼ ਹੋ ਰਹੀਆਂ, ਉੱਥੇ ਤਾਰੀਫ ਹੋ ਰਹੀ ਹੁੰਦੀ ਹੈ ਕਿ ਬਲਵਿੰਦਰ ਕੌਰ ਤਾਂ ਜੀ ਬਹੁਤ ਸਿਆਣੀ ਕੁੜੀ ਹੈ, ਤਾਂ ਬਹੁਤ ਅੱਛਾ ਕੰਮ ਕਰਦੀ ਹੈ, ਇਹ ਕੁਆਲਿਟੀ ਵਰਕ ਆ, ਇਹਦੀ ਯਾਦਾਸ਼ਤ ਸ਼ਕਤੀ ਬਹੁਤ ਠੀਕ, ਆਰਗੇਨਾਈਜ਼ਡ
whatever ਐਂਡ ਉਹ ਫਿਰ ਬੜੀ embarrassed ਮਹਿਸੂਸ ਕਰਦੇ, ਖੁਸ਼ੀ ਨਹੀਂ ਮਹਿਸੂਸ ਕਰਦੇ, embarrassed ਮਹਿਸੂਸ ਕਰਦੇ। ਇਹ ਕਿਉਂ? ਐਂਡ ਮਿਸਟਰ ਤਿੰਨ ਦੇਖੋ, ਜਿਵੇਂ ਆਪਾਂ ਪਹਿਲਾਂ ਕਿਹਾ ਕਿ ਸਾਡਾ ਦਿਮਾਗ ਨੂੰ ਨਾ ਅਨਸਰਟਨਟੀ ਨਹੀਂ ਚਾਹੀਦੀ। ਅਨਸਰਟਨਟੀ ਦਾ ਮਤਲਬ ਹੈ ਇਹ ਉਹੀ ਚੀਜ਼ਾਂ ਕ੍ਰੀਏਟ ਕਰਦਾ ਆ ਰਿਹਾ ਜਿਹੜੀਆਂ ਚੀਜ਼ਾਂ ਇਹਦੇ ਦਿਮਾਗ 'ਚ ਸ਼ੁਰੂ ਤੋਂ ਪਾਈਆਂ ਹੋਈਆਂ। ਫੋਰ ਐਗਜ਼ਾਮਪਲ ਜਿਵੇਂ ਜਿਹੜੇ ਮੈਂ ਜੇਲ੍ਹ ਲੋਕਾਂ ਦੀ ਗੱਲ, ਉਹ ਬਾਹਰ ਆ ਜਾਂਦੇ ਤੇ ਉਹਨਾਂ ਨੂੰ ਬਾਹਰੋਂ ਐਂਗਜ਼ਾਇਟੀ ਹੋਣ ਲੱਗ ਜਾਂਦੀ ਬਾਹਰ ਕਮਿਊਨਿਟੀ 'ਚ, ਜੇਲ੍ਹ 'ਚ ਸ਼ਾਂਤੀ ਹੁੰਦੀ, ਜੇਲ੍ਹ 'ਚ ਕਿਉਂਕਿ ਉਹ ਦਿਮਾਗ ਹੀ ਉੱਥੇ ਜਾ ਰਿਹਾ ਵਾ, ਰਾਈਟ। ਸੋ ਇਹ ਜਿਹੜੀ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕਹਿੰਦੇ, ਕਈ ਵਾਰ ਆਪਾਂ ਵੀ ਨੋਟਿਸ ਕਰੀਏ ਕਿ ਕਈ ਵਾਰ ਜੇ ਕੋਈ 2 ਮਿੰਟ ਤੋਂ ਵੱਧ ਤਾਰੀਫ ਕਰਦਾ ਰਹੇ ਤੇ ਸਾਨੂੰ ਲੱਗਦਾ ਵੀ ਚਾਪਲੂਸੀ ਕਰ ਰਿਹਾ ਹੁਣ, ਕਿ ਸਾਨੂੰ ਵੀ ਅਨਕੰਫਰਟੇਬਲ, ਐਂਬੈਰਸਿੰਗ, ਸਾਨੂੰ ਅਨਕੰਫਰਟੇਬਲ ਫੀਲ ਹੋਣ ਲੱਗ ਜਾਂਦਾ ਵੀ ਕਿਉਂ ਮੇਰੀ ਇੰਨੀ ਤਾਰੀਫ ਕਰ ਰਿਹਾ, ਕਿਉਂਕਿ ਅਸੀਂ ਬਚਪਨ 'ਚ ਸੁਣੀ ਵੀ ਨਹੀਂ। ਐਂਡ ਸਾਡਾ ਦਿਮਾਗ ਨੂੰ ਉਹ ਬਹੁਤ ਅਨਆਰਗੇਨਾਈਜ਼, ਕਿਉਂਕਿ ਉਹ ਯੂਜ਼ ਟੂ ਨਹੀਂ ਹੈਗਾ ਨਾ। ਜਿਹੜੇ ਕਈ ਇਹੋ ਜਿਹੇ ਵੀ ਹੈਗੇ ਜਿਹੜੇ ਕਹਿੰਦੇ ਵੀ ਸਾਡੀ ਤਾਰੀਫਾਂ ਹੀ ਕਰੀ ਜਾਓ, ਉਹ ਮੈਨੂੰ ਲੱਗਦਾ ਡਿਸਆਰਡਰ ਹੈ। ਐਗਜ਼ੈਕਟਲੀ ਮਿਸਟਰ ਦਿਨ। ਸੋ ਹਰ ਚੀਜ਼ ਦਾ, ਜਿਵੇਂ ਅਸੀਂ ਮਿਰਚ ਮਸਾਲੇ ਸਬਜ਼ੀਆਂ 'ਚ ਪਾਉਣੇ, ਹਰ ਚੀਜ਼ ਦਾ ਬੈਲੈਂਸ ਜ਼ਰੂਰੀ ਆ। ਕਈ ਤਾਂ ਜਮਾਂ ਹੀ ਨਹੀਂ ਨੂਣ ਪਾਉਂਦੇ ਸਬਜ਼ੀ 'ਚ, ਕਈ ਬਹੁਤ ਜ਼ਿਆਦਾ ਹੀ ਸੱਟ ਦਿੰਦੇ, ਵੀ ਖਾਰਾ ਬਣਾ ਦਿੰਦੇ ਆ, ਰਾਈਟ। ਸੋ ਦੋਨੇ ਟਾਈਮਾਂ ਦੇ ਵਿੱਚ ਤੁਸੀਂ ਉਹ ਡਿਸ਼ ਖਾ ਨਹੀਂ ਸਕਦੇ, ਰਾਈਟ। ਸੋ ਇਵੇਂ ਜਿਹੜੀਆਂ ਸਾਡੀਆਂ ਫੋਰ ਐਗਜ਼ਾਮਪਲ ਜ਼ਿੰਮੇਵਾਰੀ, ਕੇਅਰ, ਅਫਕੋਰਸ ਸਾਨੂੰ ਰਿਸ਼ਤਿਆਂ ਦੇ ਵਿੱਚ ਕੇਅਰ ਟੇਕਿੰਗ ਚਾਹੀਦੀ ਆ, ਅਸੀਂ ਦੂਸਰਿਆਂ ਦੀ ਕੇਅਰ ਕਰ ਸਕੀਏ। ਸਾਡੀ ਕਮਿਊਨਿਟੀ, ਅਸੀਂ ਤਾਂ ਹੀ ਕਮਿਊਨਿਟੀ ਕਹਿੰਦੇ ਨਾ ਕਿ ਇੱਕ ਦੂਜੇ ਲਈ ਅਸੀਂ ਬਣੇ ਹੋਏ ਹਾਂ, ਅਸੀਂ ਕੇਅਰ ਕਰਦੇ ਹਾਂ। ਪਰ ਉਹ ਕੇਅਰ ਇੰਨੀ ਜ਼ਿਆਦਾ ਵੱਧ ਜੇ ਕਿ ਜਿੱਥੇ ਤੁਸੀਂ ਆਪ ਦੀ ਕੇਅਰ ਭੁੱਲ ਜਾਓ, ਉਹ ਡਿਸਫੰਕਸ਼ਨ ਬਣ ਜਾਂਦਾ। ਸੋ ਫਿਰ ਇਹ ਹਾਰਿਆ, ਥੱਕਿਆ, ਟੁੱਟਿਆ ਇਨਸਾਨ ਰਿਸ਼ਤਾ ਕਿਵੇਂ ਨਿਭਾਊਗਾ? ਮੁਸ਼ਕਿਲ ਹੋ ਜਾਏਗਾ। ਬਲਵਿੰਦਰ ਜੀ, ਕੋਈ ਇਹੋ ਜਿਹੀਆਂ ਗੱਲਾਂ ਦੱਸ ਕੇ ਜਾਓ ਤਾਂ ਕਿ ਜਿਹੜੇ ਨਵੇਂ ਰਿਸ਼ਤੇ ਪੈਦਾ ਹੋਣ ਵਾਲੇ ਆ ਉਹਨਾਂ ਦੇ ਵਿੱਚ ਲੋਕ ਕਾਮਯਾਬ ਰਹਿਣ। ਸੋ ਮਿਸਟਰ ਥਿੰਡ, ਇੱਕ ਮੈਂ ਸਟੈਟ ਵੀ ਸ਼ੇਅਰ ਕਰਨਾ ਸੀ। ਸੋ ਕਹਿੰਦੇ 50% ਤਾਂ ਤੁਹਾਡੀ ਫਰਸਟ ਮੈਰਿਜ ਟੁੱਟ ਸਕਦੀ ਹੈ, ਅਤੇ 60 ਤੋਂ 65% ਆ ਕਿ ਤੁਹਾਡੀ ਦੂਜੀ ਵੀ ਟੁੱਟਦੀ ਹੈ। ਇਹ ਸਟੈਟਸ ਨੇ ਵੀ ਦੂਸਰੇ, ਰਾਈਟ। ਸੋ ਜਿਵੇਂ ਤੁਸੀਂ ਕਿਹਾ ਗਿਆ ਸੀ, ਸੋ ਸਭ ਤੋਂ ਪਹਿਲਾਂ ਤਾਂ ਫਿਰ ਮੇਰੇ ਖਿਆਲ 90% ਚਾਂਸ ਹੋ ਜਾਂਦਾ ਹੁਣ। ਐਗਜ਼ੈਕਟਲੀ। ਸੋ ਜਿਵੇਂ ਕਿ ਆਪਾਂ ਗੱਲ ਕੀਤੀ ਕਿ ਪੈਟਰਨ ਨਹੀਂ ਸਾਡੇ ਬਦਲਦੇ ਗਏ। ਸੋ ਫਰਸਟ ਆਫ ਆਲ ਤਾਂ ਇਹ ਕਿ ਜਦੋਂ ਤੁਸੀਂ ਰਿਸ਼ਤਾ ਅੰਤ ਕਰਨਾ ਨਾ, ਜਦੋਂ ਤੁਸੀਂ ਸਟਾਰਟ ਕਰਦੇ ਹੋ, ਸੋ ਆਪਦੇ ਪਿਛਲੇ ਰਿਸ਼ਤੇ ਨੂੰ ਰਿਵਿਊ ਕਰੋ, ਰਿਫਲੈਕਟ ਕਰੋ। ਐਂਡ ਕਈ ਵਾਰ ਜਿਹੜੇ ਲੋਕਾਂ ਨਾਲ ਅਸੀਂ ਰਹਿੰਦੇ ਹੁੰਦੇ ਹਾਂ, ਉਹਨਾਂ ਨੂੰ ਸਾਡੇ ਬਾਰੇ ਬਹੁਤ ਪਤਾ ਹੁੰਦਾ, ਸਾਡੇ ਪੈਟਰਨਸ ਬਾਰੇ। ਉਹਨਾਂ ਨੂੰ ਪਤਾ ਹੁੰਦਾ ਕਿ ਭਾਵੁਕ ਤੌਰ 'ਤੇ ਤੁਸੀਂ ਖੁੱਲ੍ਹਦੇ ਨਹੀਂ ਗੇ। ਫੋਰ ਐਗਜ਼ਾਮਪਲ ਕੰਮ ਤੋਂ ਆਉਣੇ ਆ, ਥੱਕੇ ਆ, ਜਾਂ ਤੁਹਾਡੇ ਬੌਸ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ, ਅਤੇ ਘਰੇ ਆ ਕੇ ਤੁਸੀਂ ਯੈਲ ਕਰ ਦੇਣਾ, ਇੰਸਟੈਡ ਇਹ ਕਹਿਣਾ ਵੀ ਮੇਰਾ ਅੱਜ ਦਿਲ ਨਹੀਂ ਠੀਕ। ਸੋ ਕਈ ਵਾਰ ਉਹ ਲੋਕਾਂ ਤੋਂ ਅਸੀਂ ਉਹ ਐਗਜ਼ੈਕਟਲੀ। ਸੋ ਇਨਫੋਰਮੇਸ਼ਨ ਅਸੀਂ ਲੂਜ਼ ਕਰ ਲੈਂਦੇ ਜੇ ਅਸੀਂ ਉਹਨੂੰ ਯੂਜ਼ ਨਹੀਂ ਕਰਦੇ। ਸੋ ਉਹ ਜਿਹੜਾ ਅੰਤ ਵਾਲਾ ਮੋਮੈਂਟ ਆ, ਮੈਂ ਸਮਝਦੀ ਹਾਂ ਔਖਾ ਵਾ। ਐਂਡ ਕਈ ਵਾਰ ਦੋਨੇ ਹਸਬੈਂਡ ਵਾਈਫ ਸਾਡੇ 'ਚ ਇੰਨੀ ਗਿਲਟ ਅਤੇ ਬਿਟਰਨੈਸ ਇੱਕ ਦੂਜੇ ਲਈ ਭਰੀ ਹੁੰਦੀ ਹੈ ਕਿ ਰਿਸ਼ਤਾ ਚੱਲਿਆ ਕਿਉਂ ਨਹੀਂ। ਆਲੇ ਦੁਆਲੇ ਰਿਸ਼ਤੇਦਾਰ ਵੀ ਕਈ ਵਾਰ ਇੱਦਾਂ ਦੇ ਹੁੰਦੇ ਆ। ਸੋ ਜੇ ਤੁਸੀਂ ਕਾਉਂਸਲਿੰਗ ਸੈਸ਼ਨ ਇਕੱਲੇ ਲੈ ਕੇ, ਅਤੇ ਇਕੱਠੇ ਵੀ ਲਵੋ। ਅੱਜ ਕੱਲ੍ਹ ਤਾਂ ਲੋਕ ਜਦੋਂ ਐਂਡ ਕਰਦੇ ਚੀਜ਼ਾਂ, ਜਿਹੜੇ ਕੌਨਸ਼ੀਅਸ ਨੇ, ਉਹ ਲੈਂਦੇ ਨੇਗੇ ਕਿ ਮੈਂ ਆਪਦਾ ਪੈਟਰਨ ਦੇਖਾਂ ਇਸ ਰਿਸ਼ਤੇ 'ਚ, ਇਸ ਇਨਸਾਨ ਤੋਂ ਮੈਂ ਫੀਡਬੈਕ ਲਵਾਂ ਆਪਦੇ ਬਾਰੇ, ਐਂਡ ਦੂਸਰਾ ਉਹਨੂੰ ਫੀਡਬੈਕ ਦਿੰਦਾ ਕਿ ਨੈਕਸਟ ਹੈ। ਸੋ ਇਨ ਦ ਵੇ ਕਿ ਤੁਸੀਂ ਇੱਕ ਰਿਸ਼ਤੇ ਨੂੰ ਕਲੋਜ਼ਰ ਦਿੰਦੇ ਆ, ਤੁਹਾਨੂੰ ਜੋ ਤੁਸੀਂ ਵੀ ਕਹਿਤਾ ਅਤੇ ਤੁਸੀਂ ਸੁਣ ਵੀ ਲਿਆ, ਰਾਈਟ। ਸੋ ਉਹ ਬੜਾ ਜ਼ਰੂਰੀ ਹੈ ਕਿ ਜਦੋਂ ਵਰਨਾ ਤਾਂ ਅਸੀਂ ਰਿਸ਼ਤਿਆਂ 'ਚੋਂ ਡਿਵੋਰਸ ਇੱਕ ਪੇਪਰ ਸਾਈਨ ਕਰਨ ਨਾਲ ਡਿਵੋਰਸ ਨਹੀਂ ਹੁੰਦਾ ਕਿਸੇ ਦਾ। ਅੱਡ ਅਸੀਂ ਉਦੋਂ ਹੁੰਦੇ ਜਦੋਂ ਅਸੀਂ ਮਾਨਸਿਕ ਤੌਰ 'ਤੇ ਕਿਸੇ ਨਾਲ ਅੱਡ ਹੁੰਦੇ ਹਾਂ, ਜੋ ਦੋਨੇ ਤਰ੍ਹਾਂ ਮਾਨਸਿਕ ਤੌਰ 'ਤੇ। ਐਂਡ ਜੇ ਤੁਸੀਂ ਅੱਡ ਹੋਣਾ, ਐਟਲੀਸਟ ਤੁਹਾਡੇ ਮਨ ਦੇ ਵਿੱਚ ਉਹ ਨਾ ਹੋਵੇ, ਤੇ ਦੂਸਰੇ 'ਤੇ ਚੱਲ ਵੀ ਰਿਹਾ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਗੇ। ਸੋ ਇਕੱਲਾ ਇੱਕ ਪੇਪਰ ਹੀ ਨਾ ਸਮਝੋ ਕਿ ਇਹ ਤੁਹਾਨੂੰ ਅੱਡ ਕਰੂਗਾ। ਜੇ ਮਾਨਸਿਕ ਤੌਰ 'ਤੇ 10-15 ਸਾਲ ਤੱਕ ਵੀ ਤੁਹਾਡਾ ਉਹ PTSD ਉਹ ਚੱਲ ਰਿਹਾ ਵਾ, ਤੇ ਇਹਦਾ ਮਤਲਬ ਅਸੀਂ ਐਂਡ ਬਹੁਤ ਸਾਡੇ ਕਲਚਰ 'ਚ ਹੈ ਕਿ ਜਿਹੜੇ ਲੋਕ ਪਹਿਲੀ ਮੈਰਿਜ ਤੋਂ ਮੂਵ ਔਨ ਨਹੀਂ ਹੋਏ, ਉਹਨਾਂ ਨੇ ਦੂਜੀ ਕਰਾ ਲਈ ਆ, ਅਤੇ ਪਰ ਉਹ ਪਹਿਲੀ ਤੋਂ ਵੀ ਹਜੇ ਉਹ ਚੀਜ਼ਾਂ ਉਹਨਾਂ ਦੇ ਆ ਰਹੀਆਂ ਦਿਮਾਗ ਦੇ ਵਿੱਚ। ਦੂਸਰਾ ਮਿਸਟਰ ਥਿੰਡ, ਸੈਲਫ ਕੰਪੈਸ਼ਨ ਦਾ ਮਤਲਬ, ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਅਸੀਂ ਇਹ ਜਰਨੀ ਦਾ ਇਹ ਮਤਲਬ ਹੈ, ਮੈਂ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਕਿ ਇਹਦੇ ਵਿੱਚ ਅਸੀਂ ਡਿੱਗਾਂਗੇ। ਜਦੋਂ ਤੁਹਾਨੂੰ ਆਪਦੇ ਪੈਟਰਨ ਪਤਾ ਵੀ ਲੱਗ ਜਾਂਦੇ। ਫੋਰ ਐਗਜ਼ਾਮਪਲ ਕਿਸੇ ਨੇ ਸ਼ਰਾਬ ਛੱਡਣੀ ਆ, ਉਹਨੇ ਹਫ਼ਤਾ ਸ਼ਰਾਬ ਛੱਡਤੀ, ਹਫ਼ਤੇ ਤੋਂ ਬਾਅਦ ਫਿਰ ਉਹਦੇ ਦਿਮਾਗ ਚੱਲਿਆ ਵੀ ਨਹੀਂ, ਡਰਿੰਕ ਇੱਕ ਲਾ ਲੈਂਦਾ ਵਾ, ਅਤੇ ਫਿਰ ਜਦੋਂ ਲਾ ਲਈ ਅਤੇ ਫਿਰ ਉਹ ਸ਼ੇਮ 'ਚ ਚਲਿਆ ਗਿਆ ਵੀ ਮੈਂ ਤਾਂ ਛੱਡੀ ਸੀ, ਹਫ਼ਤਾ ਵੀ ਹੁਣ ਮੇਰਾ ਖਰਾਬ ਹੋ ਗਿਆ। ਉੱਥੇ ਅਸੀਂ ਸੈਲਫ ਕੰਪੈਸ਼ਨ ਕਰਨਾ ਵੀ ਇਹ ਜਿਹੜੀ ਜਰਨੀ, ਇਹਦੇ ਵਿੱਚ ਤੁਸੀਂ ਡਿੱਗੋਗੇ ਅਤੇ ਪੁਰਾਣੇ ਪੈਟਰਨ ਦੇ ਵਿੱਚ ਤੁਸੀਂ ਪਾਓਗੇ। ਇਹ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਗੱਲ ਹੈ, ਰਹਿਮ ਕਰਨ ਵਾਲੀ ਗੱਲ। ਹਾਂਜੀ, ਐਗਜ਼ੈਕਟਲੀ, ਇਹ ਇਨਐਵਿਟੇਬਲ ਆ ਮਿਸਟਰ ਥਿੰਡ। ਜਦੋਂ ਤੁਸੀਂ ਬਦਲਦੇ ਆ ਨਾ, ਤੁਸੀਂ ਉਹ ਪੈਟਰਨ ਤੋਂ ਦੁਬਾਰਾ ਫਿਰ ਉਸ ਪੈਟਰਨ 'ਤੇ ਪੁਰਾਣੇ 'ਤੇ ਤੁਹਾਡਾ ਦਿਮਾਗ ਬਹੁਤ ਛੇਤੀ ਚਲਿਆ ਜਾਂਦਾ, ਸਮਝਦੇ ਹੋ। ਐਂਡ ਤੁਸੀਂ ਜਾਣ ਕੇ ਨਹੀਂ ਕਰਦੇ, ਤੁਹਾਡੇ ਦਿਮਾਗ ਦਾ ਇੱਕ ਟ੍ਰਿਕ ਆ ਕਿ ਉਹ ਫਿਰ ਫੈਲ ਆਫ ਦ ਵੈਗਨ। ਐਗਜ਼ੈਕਟਲੀ। ਐਂਡ ਉੱਥੇ ਤੁਸੀਂ ਆਪਦੇ ਆਪ ਨੂੰ ਮਾਫ ਕਰਨਾ।
ਅੱਛਾ ਯਾ ਆਈ ਮੀਨ ਉੱਥੇ ਅਸੀਂ ਮਾਫ ਨਹੀਂ ਕਰਦੇ, ਸਾਨੂੰ ਲੱਗਦਾ ਕਿ ਇਹ ਚੀਜ਼ ਹੋਣੀ ਹੀ ਨਹੀਂ ਸੀ ਚਾਹੀਦੀ। ਫੋਰ ਐਗਜ਼ਾਮਪਲ ਜੇ ਤੁਸੀਂ ਇੱਕ ਡਰਿੰਕ ਲਾ ਲਈ ਆ ਜਾਂ 2 ਲਾ ਲਈਆਂ, ਇੱਕ ਦਿਨ ਫੇਲ ਹੋ ਗਏ, ਐਂਡ ਦੈਟਸ ਓਕੇ। ਮੈਂ ਸੈਲਫ ਪੈਸ਼ਨ ਦੇ ਖਿਲਾਫ ਹਾਂ, ਕਿਉਂਕਿ ਸੈਲਫ ਪੈਸ਼ਨ ਆ ਜਿਹੜਾ ਉਹ ਨਾ ਸੈਲਫ ਕੰਪੈਸ਼ਨ ਆ ਜਿਹੜਾ ਤੁਹਾਡਾ ਆਪਣੇ ਆਪ ਤੇ ਰਹਿਮ ਕਰਨਾ, ਉਹ ਸੈਲਫ ਪਿਟੀ ਲੈ ਆਉਂਦਾ। ਸੈਲਫ ਪਿਟੀ ਇਜ਼ ਨਾਟ ਅ ਗੁੱਡ ਫੀਲਿੰਗ। ਸੋ ਇਹਦੀ ਮੈਂ ਤੁਹਾਨੂੰ ਦੱਸੂਗੀ ਮਿਸਟਰ ਤਿੰਡ, ਇੱਕ ਸਟੋਰੀ ਆ। ਸੋ 2 ਸਟੋਰੀਆਂ ਵਾ, ਇੱਕ ਸਟੋਰੀ ਬਣਾ ਸਕਦੇ ਹਾਂ ਆਪਾਂ। ਜਿਵੇਂ ਤੁਸੀਂ ਸੈਲਫ ਪਿਟੀ, ਮੈਂ ਤਾਂ ਹਮੇਸ਼ਾ ਇਹ ਕਰਦਾ ਵਾਂ, ਮੇਰੇ ਨਾਲ ਹਮੇਸ਼ਾ ਇਹ ਹੁੰਦਾ। ਮੈਂ ਡਰਿੰਕ ਕਿੰਨੇ ਵਾਰੀ ਛੱਡਣ ਦੀ ਕੋਸ਼ਿਸ਼ ਕੀਤੀ ਆ, ਮੇਰੇ ਤੋਂ ਨਹੀਂ ਛੱਡੀ ਜਾਂਦੀ। ਮੈਂ 7-10 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਫਿਰ ਉਸੇ ਲੈਵਲ ਤੇ ਆ ਜਾਣਾ। ਸੋ ਇਹ ਹੈਗਾ, ਇਹ ਅਸੀਂ ਆਪਦੇ ਆਪ ਨੂੰ ਬੀਟ ਕਰਦੇ ਹਾਂ। ਤੁਸੀਂ ਇਹੋ ਜਿਹਾ ਫਰੈਂਡ ਪਸੰਦ ਕਰੋਗੇ ਜਿਹੜਾ ਤੁਹਾਨੂੰ ਇਹ ਗੱਲਾਂ ਸਾਰੀਆਂ ਕਵੇ? ਫਰੈਂਡ ਨਹੀਂ ਪਸੰਦ ਕਰਦਾ, ਪਰ ਆਪਦੇ ਆਪ ਨੂੰ ਤੁਸੀਂ ਮੇਰਾ ਜਿਹੜਾ ਦੂਸਰਾ ਸਾਥੀ ਆ ਮੇਰੇ ਨਾਲ ਰਹਿੰਦਾ, ਹਰ ਇੱਕ ਦੀ ਪਰਸਨੈਲਿਟੀ ਦੇ ਵਿੱਚ ਹੁੰਦਾ, ਉਹਦੀਆਂ ਮੈਂ ਗੱਲਾਂ ਪਸੰਦ ਕਰਦਾ, ਪਰ ਮੈਂ ਕਿਸੇ ਹੋਰ ਦੀਆਂ ਨਹੀਂ ਕਰਦਾ। ਉਹ ਮੈਨੂੰ ਕਈ ਵਾਰੀ ਫਿੱਟ ਲਾਉਣ ਤੇ ਵੀ ਪਾਉਂਦਾ, ਉਹ ਕਈ ਵਾਰੀ ਮੈਨੂੰ ਸ਼ਾਬਾਸ਼ ਵੀ ਦਿੰਦਾ, ਉਹਦੀ ਤਾਂ ਮੈਂ ਸੁਣਨੀ ਚਾਹੀਦੀ ਮੈਨੂੰ ਕਿ ਨਹੀਂ। ਸੋ ਪਰ ਜਿਵੇਂ ਜਿਹੜਾ ਸੈਲਫ ਕੰਪੈਸ਼ਨ ਦਾ ਮਤਲਬ ਹੈ ਮਿਸਟਰ ਤਿੰਡ, ਕਿ ਜਦੋਂ ਲੋਕ ਆਪਦਾ ਇੱਕ ਪੈਟਰਨ ਛੱਡਦੇ ਹਨ, ਜਿਵੇਂ ਫੋਰ ਐਗਜ਼ਾਮਪਲ ਆਪਾਂ ਅਲਕੋਹਲਿਕ ਪੈਟਰਨ ਦਾ ਛੱਡੀਏ, ਓਕੇ, ਇਹਨੂੰ ਐਗਜ਼ਾਮਪਲ ਥੋੜੀ ਸਿੰਪਲ ਹੋ ਜਾਂਦੀ ਹੈ। ਜਦੋਂ ਅਸੀਂ ਇੱਕ ਪੈਟਰਨ ਛੱਡਦੇ ਹਾਂ ਤੇ ਸਾਡੇ ਰਾਹ ਦੇ ਵਿੱਚ ਉਹ ਜਰਨੀ ਆਊਗੀ ਜਿੱਥੇ ਅਸੀਂ ਵਾਪਸ ਉੱਥੇ ਰੀਲੈਪਸ ਕਰਾਂਗੇ। ਰੀਲੈਪਸ ਦਾ ਮਤਲਬ ਹੈ ਕਿ ਜਦੋਂ ਮੈਂ ਕਈ ਵਾਰ ਵਾਪਸ ਤੁਸੀਂ ਫਿਰ ਇੱਕ ਡਰਿੰਕ ਪਾਓਗੇ, ਉੱਥੇ ਜਿਹੜੀ ਤੁਸੀਂ ਕਨਵਰਜ਼ੇਸ਼ਨ ਆਪ ਦੇ ਨਾਲ ਕਰਨੀ ਹੈ। ਸੋ ਇੱਕ ਤਾਂ ਕਨਵਰਜ਼ੇਸ਼ਨ, ਜਿਵੇਂ ਤੁਸੀਂ ਕਿਹਾ ਕਿ ਸੈਲਫ ਪਿਟੀ, ਮੇਰੇ ਨਾਲ ਤਾਂ ਇਹੀ ਹੋਣਾ ਵਾ, ਮੈਂ ਤਾਂ ਇੱਥੋਂ ਉੱਠ ਹੀ ਨਹੀਂ ਸਕਦਾਗਾ, ਮੇਰੇ ਤੋਂ ਮੈਂ ਖਤਮ ਹੋ ਗਿਆ ਵਾ, ਇਹ ਚੀਜ਼ ਨਹੀਂ ਹੋਣੇਗੀ, ਮੈਂ ਕੋਸ਼ਿਸ਼ ਕਰ ਦੇਖ ਲਈ ਮੇਰਾ। ਤੇ ਦੂਸਰੀ ਸਟੋਰੀ ਆ ਕਿ ਮੈਂ ਇੱਕ ਇਹੋ ਜਿਹੇ ਬਚਪਨ 'ਚੋਂ ਆਇਆ ਜਿੱਥੇ ਮੇਰਾ ਫਾਦਰ ਕੌਂਸਟੈਂਟਲੀ ਸ਼ਰਾਬ ਪੀਂਦਾ ਹੁੰਦਾ ਸੀ ਆਪਦੀਆਂ ਭਾਵਨਾਵਾਂ ਨੂੰ ਦਬਾਉਣ ਵਾਸਤੇ। ਤੇ ਮੈਨੂੰ ਬਚਪਨ ਦੇ ਵਿੱਚ ਇੱਕ ਭਾਵੁਕ ਐਕਸਪੀਰੀਅੰਸ, ਇੱਕ ਆਦਮੀ ਹੋ ਕੇ ਆਪਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਦੀ ਇਜਾਜ਼ਤ ਨਹੀਂ ਮਿਲੀ। ਸਮਝੋ? ਸੋ ਤੁਸੀਂ ਦੇਖੋ ਕਿ ਕਹਾਣੀ ਬਣ ਰਹੀ ਆ, ਪਰ ਇਹ ਵੱਖਰੀ ਕਹਾਣੀ ਆ। ਤੇ ਮੈਂ ਇਹ ਜਿਹੜੀ ਆਪਦੇ ਆਪ ਦੀਆਂ ਭਾਵਨਾਵਾਂ ਇੱਕ ਸ਼ਰਾਬ ਨਾਲ ਦਬਾਉਣਾ ਵਾ, ਮੈਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ। ਐਂਡ ਕਿਤੇ ਮੈਂ ਕਾਮਯਾਬ ਹੁੰਨਾ ਤੇ ਪਰ ਕਿਤੇ ਮੈਂ ਫੇਲ ਹੋ ਜਾਣਾ। ਤੇ ਪਰ ਜਦੋਂ ਮੈਂ ਫੇਲ ਹੋ ਜਾਣਾ, ਫਿਰ ਮੈਂ ਕਾਮਯਾਬੀ ਦੀ ਆਸ ਰੱਖਦਾ ਵਾਂ। ਸਮਝਦੇ ਹੋ ਤੁਸੀਂ? ਇਹ ਹੈਗਾ ਸੈਲਫ ਕੰਪੈਸ਼ਨ। ਕੰਸੋਲ ਕਰਦੇ ਆਪਣੇ ਆਪ। ਐਗਜ਼ੈਕਟਲੀ, ਸੈਲਫ ਕੰਪੈਸ਼ਨ ਦਾ ਮਤਲਬ ਤੁਸੀਂ ਆਪਦਾ ਬਚਪਨ ਵੀ ਦੇਖਿਆ, ਪੈਟਰਨ ਵੀ ਆਇਡੈਂਟੀਫਾਈ ਕੀਤਾ, ਪਰ ਉਸ ਤੋਂ ਬਾਅਦ ਤੁਸੀਂ ਬਦਲਣ ਦੀ ਆਪਦੇ ਆਪ 'ਚ ਕਮਿਟਮੈਂਟ ਵੀ ਦਿਖਾਈ। ਐਂਡ ਹੋ ਸਕਦਾ ਕਿ 1 ਮੰਥ ਤੋਂ ਬਾਅਦ ਫਿਰ ਤੁਸੀਂ ਇੱਕ ਡਰਿੰਕ ਪੀ ਲਓ, ਐਂਡ ਦੈਟਸ ਓਕੇ। ਸੋ ਬਦਲਾਅ ਵੀ ਥੋੜੇ ਲੈਵਲ ਦੇ ਵਿੱਚ ਹੋਊਗਾ। ਸੋ ਜੇ ਤੁਸੀਂ ਕਹੋ ਕਿ 1 ਸਾਲ ਦੀ ਤੁਹਾਡੇ ਕੋਲ ਸੋਬਰਾਇਟੀ ਆ ਜੇ, ਤਾਂ ਤੁਸੀਂ ਨਹੀਂ, one day at a time, ਐਗਜ਼ੈਕਟਲੀ ਡਿੱਗਾਂਗੇ ਅਸੀਂ, ਐਂਡ ਦੈਟਸ ਓਕੇ। ਪਰ ਆਪਦੇ ਡਿੱਗਣ ਤੇ ਆਪਦੇ ਆਪ ਨੂੰ ਤੁਸੀਂ ਜਿਵੇਂ ਤੁਸੀਂ ਕਿਹਾ ਸੈਲਫ ਕ੍ਰਿਟਿਸਿਜ਼ਮ, ਜੱਜ, ਬਲੇਮ ਨਹੀਂ ਕਰਨਾਗਾ। ਐਂਡ ਦੂਸਰਾ ਜਿਹੜਾ ਆਪਦੀਆਂ ਤੁਹਾਡੀਆਂ ਕਈ ਵਾਰ ਇਨਸਿਕਿਉਰਿਟੀਜ਼ ਹੁੰਦੀਆਂ ਨਾ, ਸਾਨੂੰ ਕਈ ਵਾਰ ਜੇ ਤੁਸੀਂ ਇੱਕ ਨਵੇਂ ਰਿਸ਼ਤੇ 'ਚ ਜਾ ਰਹੇ ਹੋ ਤੇ ਆਪਦੀਆਂ ਇਨਸਿਕਿਉਰਿਟੀ, ਮੈਨੂੰ ਪਤਾ ਹੈ ਔਖੀਆਂ ਬਹੁਤ ਆ, ਵਲਨਰੇਬਲ ਹੋਣਾ, ਕਰੇਜ ਚਾਹੀਦੀ ਹੈ ਤੁਹਾਨੂੰ ਇਹ ਕਹਿਣਾ ਕਿ ਪਿਛਲਾ ਰਿਸ਼ਤਾ ਨਾ, ਮੈਂ ਪਿਛਲੇ ਰਿਸ਼ਤੇ ਤੇ ਵਿਸ਼ਵਾਸ ਨਹੀਂ ਕਰ ਸਕੇ, ਇਸ ਕਰਕੇ ਟੁੱਟਿਆ ਮੇਰਾ। ਤੇ ਮੈਂ ਹੁਣ ਇਸ ਰਿਸ਼ਤੇ 'ਚ ਨਵਾਂ ਇਹ ਟਰਾਈ ਕਰਨਾ ਚਾਹੁੰਦਾ ਕਿ ਮੈਂ ਵਿਸ਼ਵਾਸ ਕਰ ਸਕਾਂ ਲੋਕਾਂ ਤੇ। ਸੋ ਜਦੋਂ ਤੁਸੀਂ ਆਪਦੀਆਂ ਇਨਸਿਕਿਉਰਿਟੀਜ਼ ਦੂਸਰੇ ਇਨਸਾਨ ਨੂੰ ਦੱਸੋਗੇ, ਇਹ ਬਜਾਏ ਉਹਦੇ ਤੇ ਬਲੇਮ ਕਰਨ ਤੇ, ਉਹਦੇ ਤੇ ਕਰਨ ਤੇ ਕਿ ਨਹੀਂ ਤੇਰੇ ਤੇ ਵੀ ਵਿਸ਼ਵਾਸ ਨਹੀਂ ਹੈ, ਕਿਉਂਕਿ ਜਦੋਂ ਅਸੀਂ ਆਪਦੀਆਂ ਵਲਨਰੇਬਲ, ਆਪਦੀਆਂ ਇਨਸਿਕਿਉਰਿਟੀਜ਼ ਦੱਸਾਂਗੇ ਕਿ ਮੈਨੂੰ ਵਿਸ਼ਵਾਸ ਕਰਨਾ ਲੋਕਾਂ ਤੇ ਔਖਾ ਵਾ, ਤੇ ਹੋਊਗਾ ਕਿ ਦੂਸਰਾ ਇਨਸਾਨ ਤੁਹਾਡੀ ਭਾਵਨਾਵਾਂ ਸਮਝੂਗਾ। ਪਰ ਜੇ ਤੁਸੀਂ ਕਹੋਗੇ ਕਿ ਮੈਂ ਤੇਰੇ ਨਾਲ ਹੀ ਨਹੀਂ ਵਿਸ਼ਵਾਸ ਮੇਰਾ ਪੈਦਾ ਹੁੰਦਾ, ਤੇ ਫਿਰ ਉਹ ਅਟੈਕ ਲਓ ਤੇ ਫਿਰ ਤੁਹਾਡੀ ਲੜਾਈ ਹੋਊਗੀ। ਐਗਜ਼ੈਕਟਲੀ। ਸੋ ਜੇ ਤੁਸੀਂ ਆਪਦੇ ਪੈਟਰਨ ਨੂੰ ਸਮਝਣਾ ਕਿ ਆ ਮੇਰੇ 'ਚ ਹੈ, ਫੋਰ ਐਗਜ਼ਾਮਪਲ ਮੈਂ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਅਲਕੋਹਲ ਛੱਡਣ ਦੀ ਕੋਸ਼ਿਸ਼ ਕਰ ਰਿਹਾ, ਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਜਦੋਂ ਮੇਰੇ 'ਚ ਭਾਵਨਾਵਾਂ ਆਉਣ ਤੇ ਮੈਂ ਕਿਸੇ ਨੂੰ ਦੱਸਾਂ। ਠੀਕ ਹੈ ਜੀ, ਜੀ ਹਾਂ, ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਹਾਲੇ ਹੋਰ ਵੀ ਬਹੁਤ ਵਧੀਆ ਗੱਲਾਂ ਕਰ ਸਕਦੇ ਹੋ ਤੁਸੀਂ, ਮੈਨੂੰ ਪਤਾ, ਪਰ ਆਪਣੇ ਕੋਲੇ ਸਮਾਂ ਜਿਹੜਾ ਉਹ ਬਹੁਤ ਸੀਮਤ ਹੈ। Thank you very much. Thank you, Mr. Tin. Thank you. For more entertainment, download the Red FM app from the Google Play Store and Apple App Store now. Just one click.